ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਸਤ ਸੰਗਤ ਘੜੀਆਂ ਪ੍ਰਾਪਤ ਹੋਈਆਂ ਹਨ। ਵਡਭਾਗੀ ਮਾਈ ਭਾਈ ਗੁਰੂ ਕੀ ਸੰਗਤ ਕਰਦਿਆਂ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਸ਼ਾਮ ਦੇ ਸਮੇਂ ਲੜੀਵਾਰ ਕਥਾ ਚੱਲ ਰਹੀ ਹੈ, ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਸਤਿਕਾਰਯੋਗ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਲੜੀ ਤਹਿਤ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦਾ ਜੀਵਨ ਪ੍ਰਸੰਗ ਚੱਲ ਰਿਹਾ। ਕੱਲ ਆਪਾਂ ਦੂਜੇ ਘਰ ਦਾ ਪ੍ਰਸੰਗ ਸਰਵਣ ਕੀਤਾ ਕਿ ਸਤਿਗੁਰੂ ਜੀ ਕਿਸ ਤਰ੍ਹਾਂ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਔਰ ਗੋਇੰਦਵਾਲ ਸਾਹਿਬ ਜੋ ਨਿੱਤ ਦੀ ਮਰਜ਼ਾਦਾ ਹੈ ਗੁਰੂ ਕੇ ਲੰਗਰ ਦੀ, ਉੱਠਣ ਦੀ, ਨਿਤਨੇਮ ਦੀ, ਕੀਰਤਨ ਦੀ, ਕਥਾ ਦੀ, ਉਹ ਕਿਸ ਤਰ੍ਹਾਂ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰ ਬ੍ਰਹਮ ਨਿਜ ਸਰੂਪ ਨਾਲ ਮਹਾਰਾਜ ਜੁੜਦੇ ਹੈ ਤੇ ਔਰ ਨਿਤਨੇਮ ਹੁੰਦਾ, ਸੰਗਤਾਂ ਜੁੜਦੀਆਂ, ਫਿਰ ਕੀਰਤਨ ਉਪਰੰਤ ਕਥਾ ਵਿਚਾਰ, ਸੰਗਤਾਂ ਬੇਅੰਤ ਆਉਂਦੀਆਂ ਹਨ। ਇਸ ਤਰ੍ਹਾਂ ਗੁਰਮੁਖੋ ਰਾਤਰੀ ਦਾ ਚੌਥਾ ਪਹਿਰ ਤੇ ਫਿਰ ਇਧਰੋਂ ਦਿਨ ਦੇ ਜਿਹੜੇ 2 ਪਹਿਰ ਹਨ 12 ਵਜੇ ਤੱਕ ਕਿਉਂ ਸੇਵਾਵਾਂ ਚੱਲਦੀਆਂ। ਉਪਰੰਤ ਜਿਹੜਾ ਤੀਜਾ ਪਹਿਰ ਹੈ ਫਿਰ ਸਾਰੇ ਜਿਹੜੇ ਗੁਰਸਿੱਖ ਹੈ ਉਹ ਆਰਾਮ ਵਿੱਚ ਹੁੰਦੇ ਆ। ਫਿਰ ਗਰੀਬ ਨਵਾਜ ਪਾਤਸ਼ਾਹ ਜੀ ਦਿਨ ਦੇ ਚੌਥੇ ਪਹਿਰ ਫਿਰ ਆ ਕੇ ਬਿਰਾਜਮਾਨ ਹੋ ਜਾਂਦੇ ਹਨ। ਉਪਦੇਸ਼ ਕੀਰਤਨ ਬਾਬਾ ਬੁੱਢਾ ਜੀ ਇਤਿਹਾਸ ਦੀ ਕਥਾ ਸੁਣਾਉਂਦੇ ਆ।
ਇਸ ਤਰ੍ਹਾਂ ਰਾਤਰੀ ਦੇ ਪਹਿਲੇ ਪਹਿਰ ਤੱਕ ਸੇਵਾ ਸਿਮਰਨ ਕੀਰਤਨ ਦੀਵਾਨ ਸਜੇ ਰਹਿੰਦੇ ਹਨ। ਹੋਰ ਸੇਵਾਵਾਂ ਨਿਰੰਤਰ ਚੱਲਦੀਆਂ ਹਨ। ਇੱਕ ਪਹਿਰ ਰਾਤ ਰੰਗੀ ਤੋਂ ਲਗਭਗ ਜਿਵੇਂ ਰਾਤਰੀ ਦਾ 9 ਵਜੇ ਫਿਰ ਆਰਾਮ ਵਿੱਚ ਹੋ ਕਰਕੇ ਉਸ ਉਪਰੰਤ ਕੋਈ ਸੇਵਾਦਾਰ ਇੱਕ ਪਹਿਰ ਆਰਾਮ ਕਰਦਾ ਹੈ ਤੇ ਉੱਠ ਖੜਦੇ ਹਨ। ਜਿਵੇਂ ਭਾਈ ਬੱਲੂ ਜੀ ਗੁਰਮੁਖ ਪਿਆਰੇ ਉਹ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹੈ। 1.5 ਪਹਿਰ ਰਾਤ ਰਹਿੰਦੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਿਰ ਉੱਠਦੇ ਨਿਜ ਸਰੂਪ ਨਾਲ ਇਸ਼ਨਾਨ ਕਰ ਜੁੜ ਜਾਂਦੇ ਹਨ। ਫਿਰ ਲੰਗਰ ਦੀ ਮਰਜ਼ਾਦਾ ਵੀ ਇਸ ਤਰ੍ਹਾਂ ਕੀਤੀ ਕਿਉਂਕਿ ਭਰਮ ਕਰਦੇ ਸੀ ਨਵੇਂ ਆਏ। ਸਮਾਜ ਵਿੱਚ ਬਹੁਤ ਵੱਡਾ ਭਰਮ ਸੀ ਕਿ ਵਰਨ ਵੰਡ ਦੇ ਮੁਤਾਬਕ ਪੰਗਤ ਵੱਖਰੀ ਵੱਖਰੀ ਜਿਹੜੀ ਅਨਮਤਾਂ ਵਿੱਚ ਲੱਗਦੀ ਸੀ, ਇੱਕ ਦੂਜੇ ਨਾਲ ਬੈਠ ਕੇ ਛਕਣ ਨੂੰ ਤਿਆਰ ਨਹੀਂ ਸਨ। ਤਾਂ ਮਹਾਰਾਜ ਨੇ ਮਰਜ਼ਾਦਾ ਬਣਾਈ ਜੋ ਵੀ ਪੁਰਾਣੀ ਸੰਗਤ ਆਉਂਦੀ ਹੈ, ਪਹਿਲਾਂ ਭਾਈ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠੇ ਪ੍ਰਸ਼ਾਦਾ ਛਕੇ ਫਿਰ ਉਹ ਸਾਡੇ ਦਰਸ਼ਨ ਕਰੇ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਨਿਤ ਕਿਰਿਆ ਦੀਆਂ ਮਰਜ਼ਾਦਾ ਬੰਨੀਆਂ ਹਨ। ਅੱਗੇ ਕਿਵੇਂ ਗੁਰੂ ਪਾਤਸ਼ਾਹ ਨੇ ਫਿਰ ਬਾਹਰ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਦਾ ਜੋ ਕਾਰਜ ਆਰੰਭੇ ਹੈ ਉਹ ਕਥਾ ਪ੍ਰੇਮ ਸਤਿਕਾਰ ਨਾਲ ਅੱਗੇ ਤੀਸਰੇ ਘਰ ਦੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰੂ ਵਿਚਾਰਿਓ ਸ੍ਰੀ ਗੁਰ ਕੋ ਉਪਦੇਸ਼। ਸ੍ਰੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਗੁਰਮੁਖੋ ਇਹ ਵਿਚਾਰ ਕੀਤੀ ਕਿ ਜੋ ਸ੍ਰੀ ਗੁਰ ਕੋ ਉਪਦੇਸ਼ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੋ ਉਪਦੇਸ਼ ਹੈ, ਭਗਤ ਬਿਥਾਰੋ ਜਗਤ ਮੈਂ ਦੇਹੋ ਸਤ ਉਪਦੇਸ਼, ਜੋ ਉਹਨਾਂ ਕਿਹਾ ਕਿ ਭਗਤੀ ਦਾ ਵਿਸਥਾਰ ਜਗਤ ਵਿੱਚ ਕਰੋ। ਸਤ ਬ੍ਰਹਮ ਦਾ ਜੋ ਉਪਦੇਸ਼ ਹੈ ਉਹ ਜਗਤ ਨੂੰ ਦੇਵੋ ਚੌਪਈ, ਜਾਂ ਤੇ ਅਸ ਨਰ ਕੋ ਜਾਵੇ। ਤੋਂ ਪਹਿਲਾਂ ਹੁਣ ਸੀ ਕਿ ਇਮਾਰਤਾਂ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ, ਸੰਗਤ ਦਾ ਆਉਣਾ ਜਾਣਾ ਵੱਧ ਗਿਆ। ਫਿਰ ਕੁਝ ਜਿਹੜੇ ਪਰਿਵਾਰ ਨੇ ਉਹ ਇੱਥੇ ਰਹਿਣਾ, ਤਾਂ ਫਿਰ ਸਭ ਤੋਂ ਪਹਿਲਾਂ ਮਕਾਨਾਂ ਦੀ ਘਰਾਂ ਦੀ ਜ਼ਰੂਰਤ ਸੀ। ਮਹਾਰਾਜ ਨੇ ਫਿਰ ਇੱਥੇ ਜਿਵੇਂ ਗੁਰੂ ਘਰ ਦੀਆਂ ਇਮਾਰਤਾਂ ਤੇ ਨਾਲ ਨਗਰ ਦੇ ਵਿੱਚ ਜਿਹੜਾ ਹੈ ਉਹ ਇਮਾਰਤਾਂ ਬਣਾਉਣੀਆਂ ਸ਼ੁਰੂ ਕਰਨੀਆਂ। ਤਾਂ ਇਸ ਭਾਵਨਾ ਤਹਿਤ ਫਿਰ ਗੁਰਮੁਖੋ ਦੇ ਵਾਸਤੇ ਜਿਹੜਾ ਹੈ ਧਨ ਦੀ ਹੋਰ ਸਭ ਕੁਝ ਦੀ ਜ਼ਰੂਰਤ ਹੁੰਦੀ ਹੈ। ਤਾਂ ਮਹਾਰਾਜ ਸਮੇਂ-ਸਮੇਂ ਸਿੱਖਾਂ ਨੂੰ ਪ੍ਰੇਰ ਕੇ ਭੇਜਦੇ ਰਹੇ। ਰਾਜਿਆਂ ਮਹਾਰਾਜਿਆਂ ਤੱਕ ਵੀ ਸਤਿਗੁਰਾਂ ਨੇ ਜਿਹੜਾ ਹੈ ਸਿੱਖਾਂ ਨੂੰ ਭੇਜਣਾ, ਫਿਰ ਐਸੀਆਂ ਤਾਕਤਾਂ ਬਖਸ਼ਣੀਆਂ। ਉਹਦੇ ਨਾਲ ਹੀ ਫਿਰ ਉਹ ਜਿਹੜੇ ਖਾਸ ਕਰਕੇ ਪਹਾੜਾਂ ਦੇ ਵਿੱਚ ਵਸਣ ਵਾਲੇ ਰਾਜੇ ਹੁੰਦੇ ਸੀ, ਉਹ ਜਿਹੜੇ ਆ ਫੇਰ ਹੀ ਜਿਹੜਾ ਮਹਾਰਾਜ ਤੇ ਸ਼ਰਧਾ ਭਾਵਨਾ ਵੱਜਦੀ। ਤੇ ਹੁਣ ਇਹਦੇ ਵਾਸਤੇ ਜਿੱਥੇ ਇਮਾਰਤਾਂ ਉਹਨਾਂ ਸਮਿਆਂ ਵਿੱਚ ਛੱਤਾਂ ਤੇ ਲੱਕੜ ਦੀ ਵਰਤੋਂ ਬਹੁਤੀ ਹੁੰਦੀ ਸੀ। ਲੱਕੜ ਚਾਹੀਦੀ ਹੈ, ਲੱਕੜ ਪਹਾੜੀ ਰਿਆਸਤਾਂ ਵਿੱਚੋਂ ਮਿਲਣੀ ਹੁੰਦੀ। ਜਾਂ ਤੇ ਅਸ ਨਰ ਕੋ ਜਾਵੇ, ਇਸ ਕਰਕੇ ਫਿਰ ਵਿਚਾਰ ਕੀਤੀ ਕੋਈ ਐਸਾ ਪ੍ਰਾਣੀ ਜਿਹੜਾ ਹੈ ਉਹ ਜਾਵੇ। ਦੇਸ ਸੈਲ ਸਿੱਖੀ ਪ੍ਰਗਟਾਵੇ। ਦੇਸ ਸੈਲ, ਸੈਲ ਪਹਾੜ ਨੂੰ ਕਹਿੰਦੇ ਆ। ਪਹਾੜਾਂ ਦੇ ਦੇਸ਼ ਵਿੱਚ ਜੋ ਸਿੱਖੀ ਪ੍ਰਗਟ ਕਰੇ। ਆਸ ਵਿਚਾਰ ਸਾਵਣ ਮਲ ਨਾਮੂ, ਇਸ ਤਰ੍ਹਾਂ ਵਿਚਾਰ ਕਰਕੇ ਜੋ ਬਾਬਾ ਸਾਵਣ ਮਲ ਜਿਨ੍ਹਾਂ ਦਾ ਨਾਮ ਹੈ, ਅਨਜ ਤਾਤ ਸ਼ੁਭ ਗੁਣ ਗਨ ਧਾਮ। ਅਨਜ ਤਾਤ ਭਰਾ, ਛੋਟੇ ਭਰਾ ਦੇ ਪੁੱਤਰ, ਇਹ ਬਾਬਾ ਸਾਵਣ ਮਲ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਕੇ ਭਤੀਜੇ ਨੇ। ਤੇ ਇਹ ਬਾਬਾ ਸਾਵਣ ਮਲ ਹੈ ਜਿਨ੍ਹਾਂ ਨੂੰ ਗੁਰਮੁਖੋ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਵਿਆਹੀ ਗਈ।
ਉਹੀ ਫਿਰ ਬੀਬੀ ਅਮਰੋ ਤੋਂ ਬਾਣੀ ਸੁਣੀ। ਫਿਰ ਹੀ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਚ ਆਏ। ਤੋ ਇਹ ਬੀਬੀ ਅਮਰੋ ਜੀ ਦੇ ਪਤੀ ਹਨ ਬਾਬਾ ਸਾਵਣ ਮੱਲ ਜੀ, ਗੁਰੂ ਅਮਰਦਾਸ ਜੀ ਦੇ ਭਤੀਜੇ ਹਨ। ਅਨੁਜ ਤਾਤ ਸ਼ੁਭ ਗੁਣ ਗਨ ਧਾਮੂ, ਜੋ ਭਾਈ ਛੋਟੇ ਭਰਾ ਦੇ ਪੁੱਤਰ ਹਨ। ਸ਼ੁਭ ਗੁਣਾ ਬੇਅੰਤ ਸ਼ੁਭ ਗੁਣਾ ਦੇ ਧਾਮੂ ਧਾਮ ਨੇ, ਤਾਹੇ ਹਕਾਰ ਨ ਨਿਕਟ ਸੋਠਾਨਾ। ਉਹਨਾਂ ਨੂੰ ਫਿਰ ਮਹਾਰਾਜ ਨੇ ਕੋਲ ਸੱਦਿਆ ਹੈ। ਸ੍ਰੀ ਮੁਖ ਤੇ ਅਸ ਬਚਨ ਬਖਾਨਾ, ਤੇ ਆਪਣੇ ਸੁਭਾਏਮਾਨ ਮੁਖ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਸ੍ਰੀ ਮੁਖ ਭਾਵ ਸੁਭਾਏਮਾਨ ਪਵਿੱਤਰ ਮੁਖ ਦੁਆਰਾ, ਜਾਵੋ ਦੇਸ਼ ਪਹਾੜਨ ਮਾਹੀ। ਕਿ ਹੇ ਸਾਵਣ ਮੱਲ, ਪਹਾੜਾਂ ਦੇ ਦੇਸ਼ ਵਿੱਚ ਤੁਸੀਂ ਜਾਵੋ। ਰਾਜ ਹਰੀਪੁਰ ਕੋ ਜਹ ਆਹੀ, ਜਿੱਥੇ ਹਰੀਪੁਰ ਰਿਆਸਤ ਹੈ ਮੰਡੀ, ਇਹ ਉਹ ਰਾਜ ਹਰੀਪੁਰ ਦਾ ਜਿੱਥੇ ਹੈ। ਉਪਦੇਸ਼ੋ ਗੁਰ ਸਿੱਖ ਬਨਾਵੋ, ਉਥੇ ਜਾ ਕੇ ਉਪਦੇਸ਼ ਦਿਓ, ਗੁਰੂ ਨਾਨਕ ਦੇ ਘਰ ਦੇ ਸਿੱਖ ਬਣਾਵੋ। ਸਤਿਨਾਮ ਕਾ ਜਾਪ ਕਰਾਵੋ, ਤੇ ਸੱਚੇ ਨਾਮ ਸਤਨਾਮ ਵਾਹਿਗੁਰੂ ਦਾ ਸਿਮਰਨ ਜਾਪ ਕਰਵਾਓ। ਅਸ ਕਹਿ ਕਰਤੇ ਏਕ ਰੁਮਾਲਾ, ਇਸ ਤਰ੍ਹਾਂ ਭਾਈ ਹੱਥੋਂ ਆਪਣੇ ਇੱਕ ਰੁਮਾਲ ਬਖਸ਼ਿਆ। ਇਹ ਹੁਣ ਪ੍ਰਾਂਤ ਜਦੋਂ ਲਿਖਤਾਂ ਪੜ੍ਹਦੇ ਹਾਂ, ਕਵੀਰਾਜ ਭਾਈ ਸੰਤੋਖ ਸਿੰਘ ਜੀ ਜਾਂ ਜਿਹੜੀਆਂ ਪ੍ਰਾਤਨ ਲਿਖਤਾਂ ਇਹਦੇ ਵਿੱਚ ਰੁਮਾਲ ਸ਼ਬਦ ਪਰਨੇ ਨੂੰ ਕਿਹਾ। ਹੁਣ ਆਪਾਂ ਜਿਵੇਂ ਰੁਮਾਲ ਸੁਣਦੇ ਹਾਂ, ਉੱਤੇ ਵੀ ਗਿੱਠਕਦਾ ਹੁੰਦਾ ਨਾ, ਆਮ ਜੇਬ 'ਚ ਬੰਦਾ ਪਾ ਲੈਂਦਾ ਰੁਮਾਲ ਜਾਂ ਗੀਸੇ ਵਿੱਚ ਪਾ ਲਿਆ, ਉਹ ਛੋਟੇ ਜਿਹੇ ਨੂੰ। ਪਹਿਲਾਂ ਗ੍ਰੰਥਾਂ ਵਿੱਚ ਜਿਹੜਾ ਅਸਲ ਰੁਮਾਲ ਹੈ, ਜਿਵੇਂ ਇਹ ਗਲ ਵਿੱਚ ਪਾਉਣ ਵਾਲਾ ਪਰਨਾ ਹੀ ਹੈ, ਉਹ ਵੀ ਮਹਾਰਾਜ ਇਹ ਗ੍ਰੰਥਾਂ ਵਿੱਚ ਉਹਨੇ ਰੁਮਾਲ ਲਿਖਿਆ ਹੈ। ਇਹ ਰੁਮਾਲਾ ਸ਼ਬਦ ਇਉਂ ਹੀ ਬਣਿਆ, ਰੁਮਾਲ ਰੁਮਾਲਾ। ਅਸ ਕਹਿ ਕਰਤੇ ਏਕ ਰੁਮਾਲਾ, ਇਸ ਤਰ੍ਹਾਂ ਕਹਿ ਕੇ ਇੱਕ ਰੁਮਾਲਾ ਇੱਕ ਬਸਤਰ ਪਰਨਾ ਗੁਰੂ ਸਾਹਿਬ ਜੀ ਨੇ। ਸ੍ਰੀ ਸਤਿਗੁਰ ਦੀਨਸ ਤਤ ਕਾਲਾ, ਸ੍ਰੀ ਸਤਿਗੁਰੂ ਪਾਤਸ਼ਾਹ ਜੀ ਨੇ ਤੁਰੰਤ ਬਖਸ਼ਿਆ ਹੈ। ਕਹਿਓ ਕਿ ਜੋ ਇੱਛਾ ਮਨ ਆਹੀ, ਕਿਉਂਕਿ ਮਹਾਰਾਜ ਜਾਣਦੇ ਨੇ ਪਹਾੜੀਏ ਜਿੰਨਾ ਸਮਾਂ ਕੋਈ ਕਰਾਮਾਤ ਨਾ ਦਿਖਾਵੇ ਧਿਜਦੇ ਨਹੀਂ। ਇਹ ਬਾਕੀ ਉਹਨਾਂ ਇਲਾਕਿਆਂ ਵਿੱਚ ਜਾਦੂ ਟੂਣਿਆਂ ਦਾ ਬਹੁਤਾ ਪ੍ਰਭਾਵ ਸੀ, ਇਸ ਕਰਕੇ ਕਰਾਮਾਤ ਉੱਥੇ ਜ਼ਰੂਰੀ ਹੈ ਜਿੱਥੇ ਲੋੜ ਹੈ। ਸਰਬੱਤ ਦੇ ਭਲੇ ਵਾਸਤੇ ਕਰਾਮਾਤ ਵੀ ਵਰਤੀ, ਕਰਾਮਾਤ ਸਹਿਜੇ ਹੀ ਗੁਰੂ ਘਰਾਂ ਵਿੱਚ ਵਰਤੀ ਜਾਂਦੀਆਂ। ਇਉਂ ਕਈ ਪ੍ਰਚਾਰ ਹੁੰਦਾ ਨਾ ਕਿ ਸਿੱਖੀ ਵਿੱਚ ਜੀ ਕਰਾਮਾਤ ਨੂੰ ਕੋਈ ਥਾਂ ਨਹੀਂ। ਥਾਂ ਕਿਉਂ ਨਹੀਂ ਹੈ? ਧਰਮ ਤਾਂ ਹੈ ਹੀ ਕਰਾਮਾਤ, ਤੇ ਜਿਸ ਧਰਮ ਵਿੱਚ ਕਰਾਮਾਤ ਨਹੀਂ ਹੈ ਉਹ ਧਰਮ ਕਾਹਦਾ ਹੈ? ਉੱਥੇ ਕੌਣ ਪੁੱਛਦਾ ਹੈ? ਇਸ ਕਰਕੇ ਭਾਈ ਇਹ ਜਿਹੜੇ ਸ਼ਬਦ ਅੱਗੇ ਵੀ ਆਪ ਜੀ ਨੇ ਇਹ ਬੇਨਤੀਆਂ ਸਾਂਝੀਆਂ ਕੀਤੀਆਂ, ਇਹ ਕਈ ਵਾਰ ਸੁਣ ਲਿਆ। ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਜੀ ਕਰਾਮਾਤ ਕਹਿਰ ਹੈ। ਉਹ ਕਹਿਰ ਹੈ ਜਿਹੜੇ ਦੁਸ਼ਟ ਨੇ ਉਹਨਾਂ ਵਾਸਤੇ, ਔਰੰਗਜ਼ੇਬ ਵਰਗੇ ਜਾਂ ਕੋਈ ਉਹਨਾਂ ਲਈ ਕਹਿਰ ਬਣ ਜਾਂਦੀ ਹੈ। ਇਹ ਉਦਾਹਰਨ ਅਕਸਰ ਦਾਸ ਹੀ ਦਿੰਦਾ ਹੁੰਦਾ। ਦੇਖੋ ਰੱਬੀ ਕਰਾਮਾਤ ਵਰਤੀ, ਤੇ ਉਹ ਕਰਾਮਾਤ ਜਿਹੜੀ ਹੈ ਗੁਰਮੁਖੋ ਹਰਨਾਕਸ਼ ਵਾਸਤੇ ਕਹਿਰ ਬਣ ਗਈ, ਤੇ ਪ੍ਰਹਿਲਾਦ ਦੇ ਵਾਸਤੇ ਬਰ ਰੂਪ ਬਣ ਗਈ। ਨਰਸਿੰਘ ਪ੍ਰਗਟ ਸਰੂਪ ਹੋਣਾ ਤੇ ਉਹ ਕਰਾਮਾਤ ਹੈ ਨਾ, ਤੇ ਕਰਾਮਾਤ ਇੱਕ ਲਈ ਕਹਿਰ ਹੈ, ਇੱਕ ਲਈ ਬਰ ਰੂਪ ਹੈ। ਇਸ ਕਰਕੇ ਜਿਹੜਾ ਕੋਈ ਇੱਥੇ ਗੁਰਮੁਖੋ ਸ਼ਰਧਾ ਭਾਵਨਾ ਰੱਖਦਾ ਹੈ ਉਹਦੇ ਲਈ ਕਰਾਮਾਤ ਬਰ ਰੂਪ ਬਣ ਜਾਂਦੀ ਹੈ। ਜਿਹੜਾ ਕੋਈ ਈਰਖਾ ਦਵੈਸ਼ ਰੱਖਦਾ ਗੁਰੂ ਘਰ ਨਾਲ ਉਹਦੇ ਲਈ ਫਿਰ ਕਰਾਮਾਤ ਕਹਿਰ ਰੂਪ ਬਣ ਜਾਂਦੀ ਹੈ, ਤੇ ਕਰਾਮਾਤ ਸਹਿਜੇ ਵਰਤਦੀ ਹੈ। ਇੱਥੋਂ ਤੱਕ ਭਾਈ ਦਇਆ ਸਿੰਘ ਜੀ ਨੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਕਰਾਮਾਤ, ਉਹ ਕਹਿੰਦੇ ਕਰਾਮਾਤਾਂ ਕੀ ਚੀਜ਼ ਹੈ? ਕਰਾਮਾਤਾਂ ਗੁਰੂ ਕੇ ਸਿੱਖ ਕੀ, ਗੁਰੂ ਘਰ ਦੇ ਕੁੱਤਿਆਂ 'ਚ ਵੀ ਕਰਾਮਾਤਾਂ ਹਨ। ਇਹ ਤਾਂ
ਜਿਉਂ-ਜਿਉਂ ਕੋਈ ਇਸ ਰਾਹ ਤੇ ਕਰਾਮਾਤਾਂ ਤਾਂ ਇਹ ਤਾਂ ਰਿੱਧੀਆਂ ਸਿੱਧੀਆਂ ਦਾਸੀਆਂ ਨੇ, ਤੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਇਹਨਾਂ ਦੀ ਵਰਤੋਂ ਹੋ ਜਾਂਦੀ ਹੈ। ਹਾਂ, ਗੁਰੂ ਕਿਆਂ ਨੇ ਆਪਣੀ ਪੂਜਾ ਪ੍ਰਤਿਸ਼ਠਾ ਵਧਾਉਣ ਜਾਂ ਆਪਣਾ ਕੋਈ ਮਾਣ ਇੱਜ਼ਤ ਵਧੇ ਇਸ ਕਰਕੇ ਇਹ ਭਾਵਨਾ ਨਹੀਂ ਰੱਖੀ। ਇਹ ਆਪਣੇ ਸਰੀਰ ਦੀ ਰੱਖਿਆ ਲਈ, ਆਪਣੇ ਹਿੱਤ ਵਾਸਤੇ, ਨਿੱਜੀ ਸਰਬੱਤ ਦੇ ਭਲੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਰ ਘਰ ਦੀ ਸਿੱਖੀ ਪ੍ਰਗਟ ਹੋਵੇ, ਇਸ ਵਾਸਤੇ ਗੁਰੂ ਘਰ ਦੀ ਮਹਿਮਾ ਵਧੇ। ਇਸ ਕਰਕੇ ਤਾਂ ਬੇਅੰਤ ਕਰਾਮਾਤਾਂ ਮਹਾਰਾਜ ਨੇ ਵਰਤਾਈਆਂ ਹਨ। ਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਗੁਰਮੁਖੋ ਜਿਹੜਾ ਹੈ ਪਰਨਾ, ਰੁਮਾਲ, ਵਸਤਰ ਮਹਾਰਾਜ ਨੇ ਦਿੱਤਾ, ਉਹ ਇੱਕ ਤਰ੍ਹਾਂ ਨਾਲ ਕਰਾਮਾਤਾਂ ਹੀ ਬਖਸ਼ਿਸ਼ ਕਰ ਦਿੱਤੀਆਂ। ਕਹਿਓ ਕਿ ਜੋ ਇੱਛਾ ਮਨ ਆਹੀ, ਕਿਹਾ ਹੈ ਸਾਵਣ ਮਲ ਜੋ ਤੇਰੇ ਮਨ ਵਿੱਚ ਇੱਛਾ ਹੋਵੇ, ਦੇਵੈ ਜਹ ਰੁਮਾਲ ਤੁਝ ਤਾਹੀ। ਇਹ ਜਿਹੜਾ ਰੁਮਾਲ ਪਰਨਾ ਹੈ ਇਹ ਤੈਨੂੰ ਉਹੀ ਕੁਝ ਤੇਰੇ ਤਾਈਂ ਦੇ ਦੇਵੇਗਾ। ਹੋਏ ਪ੍ਰਸੰਨ ਪਗ ਸੀਸ ਨਿਵਾਇਓ, ਉਹਨੇ ਖੁਸ਼ ਹੋ ਕਰਕੇ ਬਾਬਾ ਸਾਵਣ ਮੱਲ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਤੇ ਸੀਸ ਨਿਵਾਇਆ ਹੈ। ਆਇਸ ਲੈ ਕਰ ਤਬੈ ਸਿਧਾਇਓ, ਆਗਿਆ ਲੈ ਕੇ ਫਿਰ ਭਾਈ ਚਲਿਆ ਗਿਆ। ਸ਼ਹਿਰ ਹਰੀਪੁਰ ਪਹੁੰਚੇ ਜਾਏ, ਹਰੀਪੁਰ ਸ਼ਹਿਰ ਵਿੱਚ ਜਾ ਪਹੁੰਚਾ ਹੈ। ਤਿਤ ਦਿਨ ਨ੍ਰਿਪ ਸੁਤ ਮ੍ਰਿਤਕ ਸੁਥਾਏ, ਉਸ ਦਿਨ ਐਸੀ ਘਟਨਾ ਹੋਈ ਕਿ ਹਰੀਪੁਰ ਰਿਆਸ ਦੇ ਰਾਜੇ ਦਾ ਪੁੱਤਰ, ਉਹਦੀ ਮ੍ਰਿਤੂ ਹੋ ਗਈ ਚਾਣਚੱਕ। ਰਾਣੀ ਰਾਏ ਬਹੁਤ ਕੁਰਲਾਵੇ, ਰਾਜਾ ਰਾਣੀ ਦੋਵੇਂ ਬਹੁਤ ਕੁਰਲਾਉਂਦੇ ਹਨ। ਹਾਏ ਪੁੱਤਰ ਕਹਿ ਊਚ ਸੁਣਾਵੇ, ਹਾਏ ਪੁੱਤਰ ਇਸ ਤਰ੍ਹਾਂ ਕਹਿ ਕੇ ਉੱਚੀ ਉੱਚੀ ਸਭ ਸੁਣਾਉਂਦੇ ਨੇ। ਦੇਖ ਸੰਤ ਸਾਵਣ ਮਲ ਪਾਸ, ਇਉਂ ਦੇਖਿਆ ਵੀ ਕੋਈ ਸਾਧੂ ਸੰਤ ਆਇਆ, ਸੰਤ ਸਾਵਣ ਮਲ ਜੀ। ਆ ਬਹੁਤ ਹੁੰਦਾ ਪ੍ਰਚਾਰ ਜੀ, 10 ਪਾਤਸ਼ਾਹੀਆਂ ਤੱਕ ਕਿਸੇ ਸਿੱਖ ਨਾਲ ਸੰਤ ਸ਼ਬਦ ਨਹੀਂ ਲੱਗਿਆ। ਇਹ ਹੁਣ ਇਹ ਤੇ ਸੈਂਕੜੇ ਸਾਲ ਪਹਿਲਾਂ ਲਿਖੇ ਗ੍ਰੰਥ ਹੈ, ਇਹਦੇ ਵਿੱਚ ਹੀ ਦੇਖੋ ਬਾਬੇ ਸਾਵਣ ਮੱਲ ਜੀ ਦੇ ਨਾਲ ਸੰਤ ਸ਼ਬਦ ਲੱਗਿਆ ਹੈ। ਕਈ ਇਸ ਗੱਲ ਤੇ ਵੱਡਾ ਹੰਕਾਰ ਟੋਕਰਾ ਸਿਰ ਤੇ ਚੁੱਕਣਾ ਜੀ, ਫਲਾਣਾ ਸੰਤ ਨਹੀਂ ਕਹਾਉਂਦਾ, ਭਾਈ ਕਹਾਉਂਦਾ। ਕਹਾਉਣ ਨੂੰ ਤਾਂ ਸੰਤ ਹੈ, ਭਾਈ ਹੈ, ਗੱਲ ਤਾਂ ਜੀਵਨ ਦੀ ਹੈ। ਜੇ ਹੁਣ ਜੀਵਨ ਗੁਰਮੁਖੋ ਜਿਹੜਾ ਹੈ ਉਹ ਦੇਖੋ, ਕਈਆਂ ਹੁਣ ਐਸ ਪ੍ਰਸਤੀ ਵਿੱਚ ਆਉਣਾ, ਕਿੱਡੀਆਂ ਕਿੱਡੀਆਂ ਪ੍ਰਾਪਰਟੀਆਂ ਬਣਾ ਤੇ ਹੋਰ ਖੜੇ ਕਰ ਲਏ ਕਾਰੋਬਾਰ, ਬਿਜ਼ਨਸ, ਕਿੰਨਾ ਕੁਝ, ਤੇ ਉਹ ਇਹੋ ਜਿਹਾ ਜੀਵਨ ਕਈ ਜਿਉਂਦੇ ਆ ਕਿ ਬਹੁਤ ਉਹ ਸਾਧੂ ਗੁਰਮੁਖ ਧਰਮ ਪ੍ਰਚਾਰਕ ਲਈ ਜਿਹੜੇ ਸਾਦਗੀ ਜੀਵਨ ਹੈ ਉਹ ਤੋਂ ਕੋਹਾਂ ਦੂਰ ਨੇ। ਸਿਰਫ ਇਸੇ ਗੱਲ ਨੂੰ ਹੀ ਹੰਕਾਰ ਆਪਦੀ ਵੱਡੋ ਈਗੋ ਬਣਾਈ ਫਿਰਦੇ ਆ ਤੇ ਇਹ ਕਿ ਅਸੀਂ ਤਾਂ ਪਨੀ ਬਹੁਤ ਵੱਡਾ ਕੋਈ ਪੰਥ ਦੇ ਵਿੱਚ ਕਾਰਜ ਕਰ ਰਹੇ। ਕਈ ਅਸੀਂ ਜੀ ਬਾਬਾ ਜਾਂ ਸੰਤ ਨਹੀਂ ਲਾਉਂਦੇ ਆਪਦੇ ਨਾਲ, ਅਸੀਂ ਜੀ ਭਾਈ ਲਾਉਨੇ ਆ। ਭਾਈ ਦਾ ਪਹਿਲੀ ਗੱਲ ਇਹ ਹੈ ਕਿ ਇਹ ਗੁਰਮੁਖੋ ਗੁਰੂ ਘਰ ਦੇ ਵਿੱਚੋਂ ਗੁਰੂ ਮਹਾਰਾਜ ਵਿਸ਼ੇਸ਼ ਸਿੱਖ ਨੂੰ ਖਿਤਾਬ ਬਖਸ਼ਦੇ ਹੁੰਦੇ ਸੀ, ਉਹਦੇ ਨਾਲ ਫਿਰ ਭਾਈ ਕੇ ਸ਼ਬਦ ਜੁੜਦਾ ਹੁੰਦਾ ਸੀ। ਤੇ ਹੁਣ ਤੱਕ ਵੀ ਜਿਵੇਂ ਭਾਈ ਕੇ ਹੈ, ਜਿਵੇਂ ਭਾਈ ਰੂਪਾ ਉਹਨੂੰ ਭਾਈ ਦਾ ਖਿਤਾਬ ਬਖਸ਼ੇ, ਉਹ ਅੱਜ ਵੀ ਭਾਈ ਕੇ ਕਹਾਉਂਦੇ ਹਨ। ਜਿਹੜਾ ਗੁਰਮੁਖੋ ਬਾਬਾ ਜਾਂ ਸੰਤ ਸੀ, ਇਹ ਅਵਸਥਾ ਦਾ ਸ਼ਬਦ ਇਹ ਆਮ ਪ੍ਰਚਲਿਤ ਰਿਹਾ ਪਹਿਲਾਂ। ਇੱਥੇ ਵੀ ਸੰਤ ਰੇਣ ਪ੍ਰੇਮ ਸਿੰਘ ਜੀ ਲਿਖਦੇ ਆ, ਦੇਵ ਦੇਖ ਸੰਤ ਸਾਵਣ ਮਲ ਪਾਸ। ਇਉਂ ਦੇਖ ਕੇ ਕੁਝ ਸੰਤ ਸਾਵਣ ਮਲ ਜੀ ਦੇ ਕੋਲ ਆਏ, ਸੱਚ ਵਿਭਾਖੀ ਅਰਦਾਸ। ਇੱਕ ਵਜ਼ੀਰ ਨੇ ਆ ਕੇ ਬੇਨਤੀ ਕੀਤੀ, ਸੰਤ ਰੇਖ ਮਹਿ ਮਾਰਹਿ ਮੇਖ। ਇਹ ਮਹਾਂਪੁਰਸ਼ੋ ਤੁਸੀਂ ਸੰਤੋਂ, ਸੰਤ ਪੁਰਸ਼ ਜਿਹੜੇ ਹੁੰਦੇ ਨੇ ਉਹ ਰੇਖ 'ਚ ਮੇਖ ਮਾਰ ਦਿੰਦੇ ਹਨ। ਸੰਤਨ ਕੋ ਸਾਚੋ ਜਗ ਭੇਖ, ਇਹ ਜਿਹੜਾ ਸੰਤਾਂ ਦਾ ਜਗਤ ਵਿੱਚ ਭੇਖ ਇਹ ਸੱਚਾ ਹੈ। ਕਰੋ ਕਿਰਪਾ ਨ੍ਰਿਪ ਸੁਤਹਿ ਜਵਾਵਹੁ। ਮਹਾਰਾਜ ਐ ਸੰਤ ਪੁਰਸ਼ੋ
ਕਿਰਪਾ ਕਰ ਦਿਓ ਰਾਜੇ ਦਾ ਪੁੱਤਰ ਜਿਹੜਾ ਹੈ ਇਹ ਤੁਸੀਂ ਜਿਉਂਦਾ ਕਰ ਦੇਵੋ। ਹੋ ਉਪਕਾਰੀ ਬਿਰਦ ਰਖਾਵਹੁ। ਤੁਸੀਂ ਪਰਉਪਕਾਰੀ ਹੋਣ ਦਾ ਜਿਹੜਾ ਸੰਤਾਂ ਦਾ ਬਿਰਦ ਹੈ, ਧਰਮ ਹੈ, ਉਹਨੂੰ ਕਿਰਪਾ ਕਰਕੇ ਰੱਖੋ ਜੀ। ਸੁਨ ਮੰਤਰੀ ਤੇ ਕੋਮਲ ਬਾਣੀ। ਇਹ ਮੰਤਰੀ ਤੋਂ ਵਜ਼ੀਰ ਤੋਂ ਸੁਣ ਕੇ ਬੜੀ ਨਿਮਰਤਾ ਵਾਲੀ ਬੇਨਤੀ ਬਾਣੀ। ਸਾਵਣ ਮੱਲ ਜੀ ਕੀਨ ਬਖਾਨੀ। ਇਹ ਸੰਤ ਬਾਬਾ ਸਾਵਣ ਮੱਲ ਜੀ ਨੇ ਫਿਰ ਇਉਂ ਬਚਨ ਕਹੇ। ਜੇ ਨ੍ਰਿਪ ਸਿੱਖ ਬਨ ਹੈ ਗੁਰ ਘੇਰਾ। ਭਾਈ ਜੇ ਰਾਜਾ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਦਾ ਸਿੱਖ ਬਣ ਜੇ, ਪੁੱਤਰ ਜੀਵ ਉੱਠ ਹੈ ਬਿਨ ਦੇਰਾ। ਤਾਂ ਇਹਦਾ ਪੁੱਤਰ ਬਿਨਾਂ ਦੇਰੀ ਤੋਂ ਭਾਵ ਤੁਰੰਤੀ ਜਿਉਂ ਉੱਠੇਗਾ। ਸੁਨ ਮੰਤਰੀ ਨ੍ਰਿਪ ਪਾਸ ਸਿਧਾਇਓ। ਉਹ ਵਜ਼ੀਰ ਜਿਹੜਾ ਸੀ ਭੱਜ ਕੇ ਮਹਿਲਾਂ ਵਿੱਚ ਗਿਆ ਜਿੱਥੇ ਰਾਣੀ ਰਾਜਾ ਬਿਰਲਾਪ ਕਰਦੇ ਨੇ। ਰਾਜੇ ਦੇ ਕੋਲ ਪਹੁੰਚਿਆ ਹੈ। ਸਭ ਬਿਰਤੰਤ ਤਿਨ ਭਾਖ ਸੁਨਾਇਓ। ਕਿਉਂਕਿ ਉਦੋਂ ਦੇ ਰਾਜੇ ਜਿਹੜੇ ਹੁੰਦੇ ਸੀ ਉਹ ਧਰਮੀ ਹੁੰਦੇ ਸੀ ਤੇ ਦੁਨੀਆ ਗੁਰਮੁਖੋ ਜੇ ਰਾਜੇ ਨੂੰ ਕੋਈ ਦੁੱਖ ਆ ਜਾਂਦਾ ਸੀ ਨਾ, ਬਹੁਤੇ ਰਾਜੇ ਲਗਭਗ ਧਰਮੀ, ਕੋਈ ਇਹੋ ਜਿਹੇ ਹੁੰਦੇ ਜਿਨ੍ਹਾਂ ਕਾਰੂ ਵਰਗੇ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਰੱਬਾ ਚੁੱਕ ਲੈ ਇਹਨਾਂ ਨੂੰ, ਉਹ ਬਿਰਲੇ ਹੁੰਦੇ ਸੀ। ਤੇ ਜ਼ਿਆਦਾਤਰ ਰਾਜੇ ਧਰਮੀ ਹੁੰਦੇ ਸੀ। ਪਰਜਾ ਰਾਜਿਆਂ ਵਾਸਤੇ ਸੁੱਖ ਲਈ ਅਰਦਾਸਾਂ ਕਰਦੀ ਹੁੰਦੀ ਸੀ। ਹੁਣ ਲਗਭਗ ਇਉਂ ਆ ਵੀ ਹੁਣ ਤਾਂ ਨਿਗਾਹ ਮਾਰੋ ਤਾਂ ਬਿਰਲਾ ਭਾਵੇਂ ਕੋਈ ਹੋਵੇ ਜਿਹਨੂੰ ਕੋਈ ਦੁਨੀਆ ਕਹਿੰਦੀ ਹੋਵੇ ਵੀ ਰੱਬਾ ਇਹਨੂੰ ਹੋਰ ਟਾਈਮ ਦੇ ਦੇ ਸਿਆਸਤ 'ਚ। ਨਹੀਂ ਤਾਂ ਸੰਸਾਰ ਕਹਿੰਦਾ ਰੱਬਾ ਚੁੱਕ ਇਹਨਾਂ ਨੂੰ। ਚਲੋ ਹੋ ਸਕਦਾ ਗਾਹਾਂ ਵਾਲੇ ਕੁਝ ਚੰਗੇ ਆ ਜਾਣ, ਪਰ ਹਾਲਾਤ ਦੇਖ ਲਓ ਤੁਸੀਂ ਵੀ ਜਿਨ੍ਹਾਂ ਨੂੰ ਆਪਾਂ ਪਰੇ ਕਰਦੇ ਆ, ਜਦੋਂ ਫਿਰ ਦੂਜੇ ਆਉਂਦੇ ਆ ਨਵੇਂ, ਫਿਰ ਬੰਦਾ ਕਹਿੰਦਾ ਨਹੀਂ ਯਾਰ ਇਦੋਂ ਤਾਂ ਉਹੀ ਚੰਗੇ ਸੀ, ਆਹ ਤਾਂ ਉਦੋਂ ਵੀ ਗਾਹਾਂ ਨਿਕਲੇ। ਇਹ ਹਾਲਾਤ ਹੋਏ ਵੇ ਨੇ। ਇਸ ਕਰਕੇ ਹੁਣ ਜਿਹੜਾ ਵੀ ਹੈ ਉਹ ਦੁਨੀਆ ਕਹਿੰਦੇ ਚੱਕ ਲੈ ਇਹਨੂੰ, ਕਰ ਵਿਹਲੀ ਧਰਤੀ, ਮਾੜਾ ਮੋਟਾ ਕੋਈ ਸ਼ਾਇਦ ਚੰਗਾ ਆ ਜੇ ਇਹਦੀ ਜਗ੍ਹਾ। ਤੇ ਉਹ ਸਮੇਂ ਜਿਹੜੀਆਂ ਲੋਕ ਸੀ, ਵਜ਼ੀਰ ਸੀ, ਹੋਰ ਸੀ, ਅਰਦਾਸਾਂ ਸਾਧੂਆਂ ਸੰਤਾਂ ਕੋਲ ਕੋਈ ਨੇ ਕੁਛ ਕਰਨਾ ਆਪੋ ਆਪਣੇ ਧਰਮ ਮੁਤਾਬਕ ਕਿ ਹੇ ਰੱਬਾ। ਇਉਂ ਵੀ ਗ੍ਰੰਥਾਂ ਵਿੱਚ ਲਿਖਿਆ ਬਹੁਤ ਗਹਿਰਾ ਉਹ ਬਿਮਾਰ ਸੀ, ਬੇਹੋਸ਼ੀ ਦੀ ਇੱਕ ਤਰ੍ਹਾਂ ਨਾਲ ਮ੍ਰਿਤੂ ਹਾਲਤ ਵਿੱਚ ਹੀ ਚਲਿਆ ਗਿਆ। ਜਿਵੇਂ ਦੁਨੀਆ ਕਹਿੰਦੇ ਬੰਦਾ ਇੰਨਾ ਜ਼ਿਆਦਾ ਹੋ ਗਿਆ ਕੋਮੇ 'ਚ ਚਲਿਆ ਗਿਆ, ਜਿਹੜਾ ਉਹ ਇੱਕ ਅੱਜ ਕੱਲ ਡਾਕਟਰ ਇਸ ਤਰ੍ਹਾਂ ਸ਼ਬਦ ਵਰਤਦੇ ਆ ਵੀ ਉਹ ਕੀ ਹੁੰਦਾ, ਇੱਕ ਸਿਰਫ ਦਿਲ ਦੀ ਧੜਕਣ ਚੱਲੀ ਜਾਂਦੀ ਹੈ, ਸਾਹ ਜਿਹੜੇ ਆ ਬਾਕੀ ਡੈੱਡ ਹੁੰਦਾ ਸਰੀਰ। ਤੇ ਇਸ ਤਰ੍ਹਾਂ ਦੀਆਂ ਹਾਲਤਾਂ ਹੁਣ ਸੁਣਾਉਣ ਵਾਲੀ। ਲੇਕਿਨ ਗ੍ਰੰਥਾਂ ਵਿੱਚ ਇਹੀ ਹੈ ਵੀ ਮ੍ਰਿਤੂ ਹੋ ਗਈ ਸੀ। ਤੇ ਸਭ ਫਿਰ ਵਜ਼ੀਰ ਨੇ ਕੋਈ ਦੇਖਿਆ ਸੰਤ ਪੁਰਸ਼ ਆਇਆ, ਉਹਨੇ ਅਰਦਾਸ ਕੀਤੀ ਵੀ ਮਹਾਂਪੁਰਸ਼ੋ ਕਿਰਪਾ ਕਰ ਦਿਓ ਸਾਡੇ ਰਾਜੇ ਦਾ ਪੁੱਤਰ ਜਿਉਂਦਾ ਕਰ ਦਿਓ। ਤੇ ਇਧਰੋਂ ਬਾਬਾ ਸਾਵਣ ਮੱਲ ਜੀ ਕਿਉਂਕਿ ਰੱਬੀ ਤਾਕਤਾਂ ਨੇ ਮਹਾਰਾਜ ਦੀਆਂ ਬਖਸ਼ੀਆਂ, ਕਹਿੰਦੇ ਵੀ ਹੋ ਜੂ। ਇਹ ਕਿੱਡੀ ਗੱਲ ਹੈ, ਮਿਰਤਕ ਕੋ ਪਾਇਓ ਤਨ ਸਾਸਾ। ਇਹ ਤਾਂ ਮਹਾਰਾਜ ਦੇ ਦਰ ਤੇ ਐਸਾ ਹੈ ਕਿ ਮਿਰਤਕ ਦੇ ਸਰੀਰ ਵਿੱਚ ਵੀ ਸਵਾਸ, ਉਹ ਪ੍ਰਮਾਤਮਾ ਦੀ ਮਰਜ਼ੀ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਇੱਥੇ ਐਸਾ ਹੈ ਕਿ ਮਿਰਤਕ ਨੂੰ ਜਿਵਾਲਣ ਦਾ ਵੀ ਜਿਹੜਾ ਇਹ ਵੀ ਤਾਕਤ ਗੁਰੂ ਘਰ ਦੇ ਵਿੱਚ ਹੈ। ਇੱਥੇ ਤਾਂ ਏਡੀਆਂ ਤਾਕਤਾਂ ਨੇ, ਧੜ ਨਾਲੋਂ ਸਰੀਰ ਅਲੱਗ ਕਰਕੇ ਉਹ ਜੋੜ ਤੇ ਗੁਰਮੁਖੋ। ਇਹ ਦੁਨੀਆ ਹੁਣ ਇੱਥੇ ਆ ਕੇ ਜਿਹੜੇ ਫਿਰ ਇਹ ਚੀਜ਼ਾਂ ਤੋਂ ਅਸ਼ਰਦਕ ਜੇ ਹੋ ਜਾਂਦੇ, ਉਹ ਪਰ ਹੋਰ ਹੀ ਕੁਛ ਜਿਹਾ ਕਰੀ ਜਾਂਦੇ ਆ ਵਿੱਚ ਵਿਚਾਲਾ ਜਿਹਾ ਵੀ ਮਹਾਰਾਜ ਨੇ ਜੀ ਐਂ ਤਲਵਾਰ ਚਲਾਈ, ਇਸ ਤਰ੍ਹਾਂ ਫਿਰ ਉਹ ਕਈਆਂ ਨੇ ਕੁਛ ਕਹਿਦਾ ਕਿ ਉਹ ਵੜਤੇ ਜਾ। ਲੇਕਿਨ ਪ੍ਰਤੱਖ ਇਹਦੇ 'ਚ ਕੀ ਜਾਂ ਕਈ ਹੁਣ ਪ੍ਰਚਾਰਕ ਸੁਣਾਉਣ ਲੱਗੇ ਫਿਰ ਉਹ ਵਿੱਚ ਵਿਚਾਲਾ ਜਿਹਾ ਕਰਦੇ ਨੇ ਵੀ ਲੋਕ ਕਿਤੇ ਇਤਰਾਜ਼ ਹੀ ਨਾ ਕਰੀ ਜਾਣ ਜਿਹਨੇ ਕਰਨਾ। ਪਰ ਗੁਰੂ ਦੀ ਗੱਲ ਹੈ, ਇੱਕ ਠੋਕ ਕੇ ਕਹੋ ਵੀ ਸਾਡੇ ਗੁਰੂ ਨੇ ਕਰ ਦੇਣਾ, ਕੱਟ ਕੇ ਦੁਆਰੇ ਜੋੜੀਆਂ। ਮੰਨਣਾ ਨਾ ਮੰਨ, ਨਹੀਂ ਮੰਨਣਾ ਫਿਰ ਕੀ ਹੋ ਜਾਊਗਾ, ਇੱਥੇ ਤਾਂ ਚੱਲੀ ਜਾਣਾ ਕੰਮ। ਇਹ ਚੀਜ਼ ਨਾ ਪੁਰਾਣੇ ਜਿਹੜੇ ਗੁਰਮੁਖ ਸੀ ਉਹਨਾਂ ਵਿੱਚ ਸੀ, ਉਹ ਸਪਸ਼ਟ ਹੀ ਸੁਣਾਉਂਦੇ ਆ। ਹੁਣ ਨਵਾਂ ਜਦੋਂ ਕਦੀ ਪੜ੍ਹਾਈ ਜੀ ਥੋੜੀ ਜਿਹੀ ਜ਼ਿਆਦਾ ਹੋ ਗਈ ਤੇ ਉਦੋਂ ਕਦੇ ਫਿਰ ਇਹ ਜਿਹਾ ਕੁਛ, ਜਦੋਂ ਗੁਰਮੁਖੋ ਪ੍ਰਚਾਰਕ ਦੇ ਹੀ ਮਨ ਵਿੱਚ ਦੁਬਦਾ ਹੈ ਤੇ ਫਿਰ ਗਾਹਾਂ ਸੁਣਨ ਵਾਲਿਆਂ ਦੇ ਵੀ ਉਹੋ ਜਿਹਾ ਹੀ ਹੋਣਾ ਹੈ। ਦੁਬਦਾ ਨੂੰ ਤਾਂ ਗੁਰੂ ਘਰ 'ਚ ਥਾਂ ਹੀ ਕੋਈ ਨਹੀਂ ਹੈ। ਇੱਕ ਸਿਰਾ ਹੋ ਕੇ ਖੜ ਜੋ ਠੀਕ ਹੈ, ਫਿਰ ਬਾਕੀ ਪ੍ਰਮਾਤਮਾ ਦੀ ਕਿਰਪਾ ਹੈ। ਇਹ ਕੀ ਉਪਜੀਵਕਾ ਦਾ ਚੱਲੀ ਜਾਣੀ ਹੈ। ਚਾਰ ਨਹੀਂ ਚੰਗਾ ਸਮਝਣਗੇ ਫਿਰ ਵੀ ਕੋਈ ਗੱਲ ਨਹੀਂ ਭਾਈ,
ਵੀ ਅਸੀਂ ਤਾਂ ਆਪਦੇ ਗੁਰੂ ਦੀ ਗੱਲ ਕਰਦੇ ਨਹੀਂ, ਤੈਨੂੰ ਚੰਗਾ ਲੱਗਦਾ, ਤੂੰ ਆਪਦੇ ਰਾਹ ਪੈ ਜਾ। ਤਾਂ ਆਪਣੇ ਲੇਕਿਨ ਦੁਬਦਾ ਚ ਨਹੀਂ ਜਿਹੜਾ ਹੈ ਪ੍ਰਚਾਰਕ, ਤੇ ਬਿਲਕੁਲ ਵੀ ਕਿਸੇ ਦੁਬਦਾ ਚ ਨਹੀਂ ਹੋਣਾ ਚਾਹੀਦਾ। ਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਸੰਤ ਬਾਬਾ ਸਾਵਣ ਮੱਲ ਜੀ ਜਦੋਂ ਕਹਿਤਾ ਤੇ ਉਹ ਜਿਹੜਾ ਵਜ਼ੀਰ ਹੈ ਉਹ ਜਾ ਕੇ ਸੁਨ ਮੰਤਰੀ ਨ੍ਰਿਪ ਪਾਸ ਸਦਾਇਓ। ਉਹ ਮੰਤਰੀ ਵਜ਼ੀਰ ਰਾਜੇ ਕੋਲ ਗਿਆ ਭੱਜ ਕਰਕੇ, ਸਭ ਬਿਰਤੰਤ ਤਿਨ ਭਾਖ ਸੁਨਾਇਓ। ਸਾਰਾ ਬਿਰਤਾਂਤ ਉਸਨੇ ਕਹਿ ਕੇ ਸੁਣਾਇਆ ਹੈ। ਸੁਣ ਕਰ ਰਾਣੀ ਜੁਤ ਭੂਪਾਲ, ਇਹ ਸੁਣ ਕਰਕੇ ਰਾਣੀ ਸਮੇਤ ਰਾਜਾ ਸਾਵਣ ਮੱਲ ਢਿਗ ਆਇਓ ਤਾਲ। ਤੁਰੰਤ ਹੀ ਬਾਬਾ ਸਾਵਣ ਮੱਲ ਜੀ ਦੇ ਕੋਲ ਆ ਗਏ ਹਨ। ਧਰ ਚਰਨਨ ਪਰ ਸੀਸ ਨਿਵਾਇਓ। ਬਾਬਾ ਸਾਵਣ ਮੱਲ ਮਹਾਂਪੁਰਸ਼ ਜੀ ਦੇ ਚਰਨਾਂ ਤੇ ਰਾਜੇ ਰਾਣੀ ਨੇ ਆਪਣਾ ਸਿਰ ਨਕ ਰੱਖਿਆ ਹੈ। ਨਮਰ ਅਤੀ ਹੋਏ ਬਹੁ ਘਿਗੇ ਆਇਓ, ਤੇ ਬਹੁਤ ਹੀ ਨਿਮਰਤਾ ਵਿੱਚ ਹੋ ਕੇ ਘਿਗਿਆਏ। ਤਰਲੇ ਜਿਵੇਂ ਮਿੰਨਤਾਂ ਕਰਦੇ ਹਨ ਦੋਹਰਾ। ਹਰੀ ਰਾਮ ਨ੍ਰਿਪ ਹਰੀਪੁਰ, ਬੇਨਤ ਕਰੈ ਕਰ ਜੋਰ। ਹਰੀ ਰਾਮ ਰਾਜਾ ਹਰੀਪੁਰ ਰਿਆਸਤ ਦਾ ਹੱਥ ਜੋੜ ਕੇ ਬੇਨਤੀਆਂ ਕਰਦਾ ਹੈ। ਔਤਰ ਜਾਵੋ ਜਗਤ ਤੇ, ਸ਼ਰਨ ਸ਼ਰਨ ਪ੍ਰਭ ਤੋਰ। ਇਹ ਹੈ ਮਹਾਂਪੁਰਸ਼ ਪਰਮੇਸ਼ਰ ਰੱਬ ਰੂਪ ਸੰਤ ਜੀ। ਆ ਜਗਤ ਤੋਂ ਮੈਂ ਉਤਰਾ ਚਲਿਆ ਜਾਊਂ। ਐ ਪਰਮੇਸ਼ਰ ਸਰੂਪ ਸੰਤੋ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ। ਨਿਸ਼ਾਨੀ ਛੰਦ ਪ੍ਰਾਨ ਸਹਿਤ ਸੁਤ ਕੋ ਕਰਹੋ। ਕਿਰਪਾ ਕਰਕੇ ਪੁੱਤਰ ਨੂੰ ਪ੍ਰਾਣਾ ਵਾਲਾ ਕਰ ਦਿਓ। ਹਮ ਸਭ ਅਨੁਸਾਰੇ, ਅਸੀਂ ਸਾਰੇ ਤੁਹਾਡੇ ਅਨੁਸਾਰ ਹੁਕਮ ਵਿੱਚ ਹਾਂ। ਨਿਸਬਾਸੁਰ ਸੇਵਾ ਲੱਗ ਹੈ, ਰਾਤ ਦਿਨ ਤੁਹਾਡੀ ਸੇਵਾ ਵਿੱਚ ਲੱਗਾਂਗੇ। ਹਮ ਦਾਸ ਤੁਮਾਰੇ, ਅਸੀਂ ਤੁਹਾਡੇ ਸੇਵਕ ਹਾਂ। ਸਾਵਣ ਮੱਲ ਨੇ ਕਹਿਓ ਤਬ, ਤਾਂ ਬਾਬਾ ਸਾਵਣ ਮੱਲ ਜੀ ਨੇ ਤਦ ਕਿਹਾ ਲੈ ਮ੍ਰਿਤਕ ਸੋ ਆਵੋ। ਜੋ ਮ੍ਰਿਤਕ ਹੋਇਆ ਬੱਚਾ ਉਸ ਨੂੰ ਲੈ ਆਓ। ਭੀੜ ਹਟਾਵੋ ਸਕਲ ਹੀ, ਕਹਿੰਦੇ ਸਾਰੀ ਭੀੜ ਇਕੱਠ ਹੋਇਆ ਇਹਨੂੰ ਪਾਸੇ ਹਟਾ ਦਿਓ। ਘਰ ਸ਼ਾਂਤ ਬੈਠਾਵੋ, ਤੇ ਇਹਨਾਂ ਨੂੰ ਕੋ ਸ਼ਾਂਤ ਹੋ ਕੇ ਬੈਠ ਜਾਣ, ਰੱਬ ਨੂੰ ਯਾਦ ਕਰਨ। ਵਾਹਿਗੁਰੂ ਸਿਮਰਨ ਕਰੋ, ਸਾਰਿਆਂ ਨੂੰ ਕਹੋ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ। ਨਹਿ ਰੋਦਨ ਕੀਜੈ, ਕੋਈ ਵੀ ਰੋਣਾ ਨਾ ਕਰੇ। ਸਤਿਗੁਰ ਪਰ ਵਿਸ਼ਵਾਸ ਧਰ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਭਾਈ ਵਿਸ਼ਵਾਸ ਧਰੋ। ਔਰ ਸਭ ਹਰ ਖੀਜੈ, ਆਪਣੇ ਹਿਰਦੇ ਮਨ ਕਰਕੇ ਸਭ ਪ੍ਰਸੰਨ ਹੋਵੋ। ਨ੍ਰਿਪ ਸੁਤ ਮ੍ਰਿਤਕ ਉਠਾਏ ਕਰ, ਤਾਂ ਰਾਜੇ ਦਾ ਜਿਹੜਾ ਪੁੱਤਰ ਹੈ ਮ੍ਰਿਤਕ ਹੋਇਆ ਉਹਨੂੰ ਉਠਾ ਕੇ ਅੰਦਰੋਂ ਲਿਆ ਕੇ ਆਨਿਓ ਤਤਕਾਲਾ, ਉਹਨੂੰ ਲਿਆ ਭਾਈ ਤੁਰੰਤ ਲਿਆਂਦਾ ਹੈ। ਸਾਵਣ ਮੱਲ ਆਗੇ ਧਰਿਓ, ਤੋ ਸੰਤ ਬਾਬਾ ਸਾਵਣ ਮੱਲ ਜੀ ਦੇ ਅੱਗੇ ਲਿਆ ਧਰਿਆ। ਬਿਸਮਾਏ ਬਿਸਾਲਾ, ਤੇ ਬਹੁਤ ਹੀ ਹੈਰਾਨ ਬਿਸਮਾਦ ਵਿੱਚ ਹਨ। ਬਦਨ ਉਘਾਰਿਓ ਬਸਤਰ ਤੇ ਉਹ ਫਿਰ ਜਿਹੜਾ ਮੁਖ ਸੀ ਉਸਦਾ ਉੱਪਰ ਬਸਤਰ ਦਿੱਤਾ ਹੋਇਆ ਸੀ, ਉਘਾਰਿਓ ਭਾਵ ਬਸਤਰ ਮੁਖ ਤੋਂ ਲਾਇਆ। ਬਹੁ ਜਲ ਬਹੁਰ ਮੰਗਾਇਓ, ਤੇ ਫਿਰ ਬਾਬਾ ਸਾਵਣ ਮੱਲ ਜੀ ਨੇ ਜਲ ਮੰਗਾਇਆ ਹੈ। ਤਿਸ ਰੁਮਾਲ ਕੀ ਖੂਟ ਇੱਕ, ਉਹ ਜਿਹੜਾ ਪਰਨਾ ਸੀ ਨਾ ਉਹਦਾ ਇੱਕ ਸਿਰਾ ਖੂੰਜਾ, ਖੂਟ ਜੋ ਹੈ ਧੋਈ ਕਰ ਲਾਇਓ, ਤੇ ਉਹ ਅੰਦਰ ਜਿਹੜਾ ਹੈ ਉਹਦੇ ਭਾਵ ਡਬੋਇਆ ਜਲ ਵਿੱਚ, ਧੋਤਾ ਧੋਇਆ ਹੈ।
ਸੋ ਜਲ ਜਬ ਮੁਖ ਮਹਿ ਪਰਿਓ। ਤੇ ਕਿਹਾ ਹੁਣ ਭਾਈ ਆ ਜਲ ਦੇ ਮੁਖ ਚ ਪਾ ਦਿਓ। ਜਦੋਂ ਉਹ ਜਲ ਮੁਖ ਵਿੱਚ ਪਾਇਆ ਉਸ ਬੱਚੇ ਦੇ, ਸਤਿਨਾਮ ਬਖਾਨਾ, ਤੇ ਨਾਲ ਹੀ ਬਾਬਾ ਸਾਵਣ ਮੱਲ ਜੀ ਨੇ ਸਤਿਨਾਮ ਵਾਹਿਗੁਰੂ ਕਿਹਾ। ਸੀਸ ਛੁਹਾਏ ਰੁਮਾਲ ਕੋ, ਤੇ ਉਹ ਫਿਰ ਜਿਹੜਾ ਪਰਨਾ ਰੁਮਾਲ ਸੀ ਉਹਦੇ ਬੱਚੇ ਦੇ ਸਿਰ ਨੂੰ ਛੁਹਾਇਆ ਹੈ। ਆਏ ਤਿਸ ਪ੍ਰਾਨਾ, ਉਹਦੇ ਸਰੀਰ ਵਿੱਚ ਗੁਰਮੁਖੋ ਪ੍ਰਾਣ ਆ ਗਏ। ਜਥਾ ਸਜੀਵਨ ਜਲ ਘਸੀ, ਜਿਵੇਂ ਦੇਖੋ ਇੱਕ ਸਜੀਵਨੀ ਬੂਟੀ ਸੀ ਜਲ ਘਸੀ, ਜਿਹੜੀ ਜੜੀ ਬੂਟੀ। ਲਛਮਣ ਮੁਖ ਡਾਰੀ, ਤੇ ਉਹ ਲਿਆ ਕੇ ਲਛਮਣ ਦੇ, ਜੋ ਭਗਵਾਨ ਰਾਮਚੰਦਰ ਜੀ ਦਾ ਛੋਟਾ ਭਰਾ ਹੈ, ਜਦੋਂ ਮੂਰਛਾ ਵਿੱਚ ਚਲਿਆ ਗਿਆ ਸੀ, ਜਿਹੜਾ ਰਾਵਣ ਨਾਲ ਜੰਗ ਕਰਦੇ ਆ, ਉਸ ਸਮੇਂ ਉਹਦੇ ਮੁਖ ਵਿੱਚ ਪਾਈ ਸੀ। ਤਥਾ ਕੁਬਰ ਜੀਵ ਤੇ ਉਠਿਓ, ਉਸੇ ਤਰ੍ਹਾਂ ਜਿਵੇਂ ਭਾਈ ਲਛਮਣ ਜਿੰਦਾ ਹੋ ਗਿਆ ਸੀ ਨਾ, ਇਹ ਕੁਬਰ ਕੁਐਰ ਜਿਹੜਾ ਰਾਜੇ ਦਾ ਪੁੱਤਰ ਹੈ, ਜਿਉਂਦਾ ਹੋ ਉੱਠਿਆ। ਚਖ ਪਲਕ ਉਘਾਰੀ, ਤੇ ਜਿਹੜੀ ਅੱਖਾਂ ਦੀ ਪਲਕ ਹੈ, ਚਖ ਨੇਤਰਾਂ ਦੀਆਂ ਪਲਕਾਂ, ਉਹ ਗੁਰਮੁਖੋ ਖੋਲੀਆਂ ਹਨ। ਰਾਜਾ ਮਿਲਿਓ ਪਸਾਰ ਭੁਜ, ਤੇ ਰਾਜਾ ਉਸ ਬੱਚੇ ਦਾ ਪਿਤਾ ਬਾਹਾਂ ਪਸਾਰ ਕੇ ਬੱਚੇ ਨੂੰ ਮਿਲਿਆ। ਰਾਣੀ ਮੁਖ ਚੂਮਾ, ਤੇ ਰਾਣੀ ਨੇ ਵੀ ਆਪਣੇ ਪੁੱਤਰ ਦਾ ਮੂੰਹ ਚੁੰਮਿਆ ਹੈ। ਠਾਡੇ ਤਤ ਛਿਨ ਸੋ ਭਇਓ, ਤੇ ਉਹ ਤੁਰੰਤ ਹੀ ਭਾਈ ਖੜਾ ਹੋ ਗਿਆ ਬੱਚਾ। ਤਾਜ ਕਰ ਤਲ ਭੂਮਾ, ਜੋ ਧਰਤੀ ਦਾ ਤਲ ਛੱਡ ਕਰਕੇ। ਸਵਈਆ ਛੰਦ ਭਇਓ ਆਨੰਦ ਬਿਲੰਦ ਸਭਨ ਕੇ, ਸਾਰਿਆਂ ਦੇ ਭਾਈ ਅੰਦਰ ਬਹੁਤਾ ਆਨੰਦ ਪੈਦਾ ਹੋਇਆ। ਮੰਗਲ ਗਾਵਹਿ ਅਨਕ ਪ੍ਰਕਾਰ, ਅਨੇਕਾਂ ਤਰ੍ਹਾਂ ਦੇ ਮੰਗਲ ਜਸ ਗਾਉਂਦੇ ਹਨ। ਵੱਡ ਉਤਸ਼ਾਹ ਕਰਿਓ ਮਹਿ ਪਾਲਕ, ਮਹਿ ਪਾਲਕ ਧਰਤੀ ਪਾਲਕ ਰਾਜਿਆਂ ਨੂੰ ਇਹ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਸੀ ਪਹਿਲਾਂ। ਉਹਨਾਂ ਨੇ ਭਾਈ ਬਹੁਤ ਵੱਡਾ ਉਤਸ਼ਾਹ ਕੀਤਾ ਹੈ। ਦੀਨਨ ਦੀਨ ਸਦਰਬ ਉਦਾਰ, ਜਿਹੜੇ ਦੀਨਨ ਗਰੀਬ ਹਨ ਉਹਨਾਂ ਨੂੰ ਬਹੁਤਾ ਧਨ ਦਾਨ ਦਿੱਤਾ ਹੈ। ਲਗ ਧੁੰਦਬ ਗਨ ਸੰਗ ਸੰਗ ਫੀਰਨ, ਲਵ ਧੁੰਦਬ ਗਨ ਛੋਟੀਆਂ ਵੱਡੀਆਂ, ਗਨ ਸੰਗ ਨਫੀਰਨ, ਨਫੀਰੀਆਂ ਨਾਮ ਅੱਗੇ ਜਿਵੇਂ ਤੂਤੀਆਂ ਜਾਂ ਵਜਾਉਂਦੇ ਹੁੰਦੇ ਸੀ। ਲਗ ਧੁੰਦਬ ਗਨ, ਛੋਟੀਆਂ ਕੀ ਵੱਡੀਆਂ ਕੀ ਬੇਅੰਤ ਜਿਹੜੀਆਂ ਨਫੀਰੀਆਂ ਹਨ। ਬਾਜਨ ਲਾਗੇ ਦੁਰਗ ਦੁਆਰ, ਤੇ ਉਹ ਭਾਈ ਦੁਰਗ ਦੁਆਰ ਕਿਲੇ ਦੇ ਦਰਵਾਜ਼ੇ ਤੇ ਸਭ ਵੱਜਣ ਲੱਗੀਆਂ ਖੁਸ਼ੀ ਵਿੱਚ। ਮਹਾ ਅਮੰਗਲ ਪ੍ਰਥਮ ਹੁਤੋ ਜਹੈ, ਜਿਵੇਂ ਪਹਿਲਾਂ ਬੱਚਾ ਹੱਸਦਾ ਖੇਡਦਾ ਉਦੋਂ ਘਰ ਦੇ ਵਿੱਚ ਬਹੁਤ ਵੱਡੇ ਖੁਸ਼ੀਆਂ ਖੇੜੇ ਸਨ। ਤਹ ਤਬ ਮੰਗਲ ਰਚਹਿ ਵਿਸਾਲ, ਜਾਂ ਆੜਾ ਲੱਗ ਗਿਆ ਮਹਾ ਅਮੰਗਲ ਪ੍ਰਥਮ ਹੁਤੋ ਜਹੈ, ਜਿਵੇਂ ਪਹਿਲਾਂ ਬਹੁਤਾ ਸੋਗ ਸੀ ਬਹੁਤ ਜ਼ਿਆਦੇ। ਤਹ ਤਬ ਮੰਗਲ ਰਚਹਿ ਵਿਸਾਲ, ਉਹਦੀ ਜਗ੍ਹਾ ਤੇ ਹੁਣ ਵੱਡੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਰਾਜਾ ਰਾਣੀ ਸਚਵ ਸਹਿਤ ਸਭ, ਰਾਜਾ ਹੈ ਰਾਣੀ ਬਾਕੀ ਹੋਰ ਵਜ਼ੀਰਾਂ ਸਮੇਤ ਸਾਰੇ। ਸਾਵਣ ਮੱਲ ਆਗੇ ਤਤਕਾਲ, ਬਾਬੇ ਸਾਵਣ ਮੱਲ ਜੀ ਦੇ ਅੱਗੇ ਤੁਰੰਤ ਹੀ। ਹਾਥਨ ਜੋਰ ਅਕੋਰਨ ਅਰਪ ਹੈ, ਸਭ ਹੱਥ ਜੋੜਦੇ ਭੇਟਾਵਾਂ ਅਰਪਣ ਕਰ ਰਹੇ ਹਨ। ਗਰ ਪਹਿਰਾਹੀ ਫੂਲਨ ਮਾਲ, ਤੇ ਗਲ ਵਿੱਚ ਫੁੱਲਾਂ ਦੀ ਮਾਲਾ ਪਹਿਨਾ ਦਿੱਤੀ। ਚਮਰ ਟੁਰਾਵਹਿ ਸੋ ਜਸ ਵਢਾਵਹਿ, ਚੌਰ ਚਲਾਉਂਦੇ ਨੇ ਬਾਬਾ ਜੀ ਨੂੰ ਤੇ ਬੜਾ ਜਸ ਵਧਾ ਰਹੇ ਹਨ। ਸੀਸ ਨਿਵਾਵਹਿ ਧਰ ਧਰ ਭਾਲ, ਉਹ ਗੁਰਮੁਖੋ ਧਰਤੀ ਤੇ ਧਰ ਭਾਲ ਮੱਥਾ ਰੱਖ ਕੇ ਸਿਰ ਨਿਵਾਉਂਦੇ ਹਨ। ਸੇਵਕਾ ਪਰ ਚੜਾਏ ਤਹਿ ਲਿਆਏ, ਫਿਰ ਬਾਬਾ ਜੀ ਨੂੰ ਪਾਲਕੀ ਚ ਚੜਾ ਕੇ ਅੰਦਰ ਲੈ ਕੇ ਆਏ।
ਸੁੰਦਰ ਮੰਦਰ ਅੰਦਰ ਥਾਨ, ਜਿੱਥੇ ਬਹੁਤ ਵੱਡਾ ਸੋਹਣਾ ਸੁੰਦਰ ਮੰਦਰ ਮਹਿਲ ਰਾਜੇ ਦਾ ਅੰਦਰ ਸਥਾਨ ਹੈ। ਸਾਦਰ ਡੇਰੇ ਕੋ ਕਰਵਾਇਓ, ਤੇ ਬਹੁਤ ਸਤਿਕਾਰ ਦੇ ਨਾਲ ਬਾਬਾ ਜੀ ਦਾ ਆਸਣ ਲਾ ਡੇਰਾ ਕਰਵਾਇਆ ਹੈ। ਮੇਲਾ ਬਹੁ ਮੇਲਾ ਕੀਏ ਪਲੰਗ ਬਿਛਾਨ, ਬਹੁਤ ਵੱਡਾ ਮਹਾਰਾਜ ਬਾਬਾ ਸਾਵਣ ਮੱਲ ਜੀ ਦੇ ਕੋਲ ਮੇਲਾ ਹੋ ਗਿਆ। ਪਲੰਗ ਜਿਹੜਾ ਹੈ ਸੋਹਣਾ ਸੁੰਦਰ ਵਿਛਾ ਦਿੱਤਾ ਹੈ। ਜ਼ਰੀਦਾਰ ਗੁੰਫੇ ਜਿਹੇ ਲਟਕਤ, ਜਿਹਦੇ ਨਾਲ ਗੁਰਮੁਖੋ ਜ਼ਰੀਦਾਰ ਦੇ ਗੁੰਫੇ ਇੱਕ ਤਰ੍ਹਾਂ ਨਾਲ ਉਹ ਸਜਾਵਟ ਵਜੋਂ ਉਹ ਲਟਕਾਏ ਜਾਂਦੇ ਲਟਕਦੇ ਹਨ। ਉੱਪਰ ਰੁਚਰ ਚੰਦੋਵਾ ਤਾਨ, ਇਹ ਸਤਕਾਰ ਵਜੋਂ ਸੋਹਣਾ ਸੁੰਦਰ ਉੱਪਰ ਬਾਬਾ ਜੀ ਦੇ ਚੰਦੋਆ ਤਾਣ ਦਿੱਤਾ। ਬਿਨੋ ਸਹਿਤ ਬਠਲਾਇਓ ਉੱਪਰ, ਬੇਨਤੀ ਕਰਕੇ ਫਿਰ ਉਸ ਪਲੰਗ ਤੇ ਬਾਬਾ ਜੀ ਨੂੰ ਬਿਠਾਇਆ ਹੈ। ਬੰਦਨ ਕਰ ਦੀਏ ਖਾਨੁਰ ਪਾਨ, ਨਮਸਕਾਰ ਕਰਦੇ ਆ ਫਿਰ ਛਕਣ ਛਕਾਉਣ ਵਾਸਤੇ ਪਾਣੀ ਜੋ ਪਰੋਸਿਆ ਹੈ। ਇਤਿਆਦਿਕ ਸੋ ਸ਼ਰਖਾ ਕੀਨਸ, ਇਸ ਤਰ੍ਹਾਂ ਦਾ ਭਾਈ ਸੁਸਰਖਾ ਭਾਵ ਸੇਵਾ ਉਹ ਕੀਤੀ ਹੈ। ਮਹਿਮਾ ਪਿਖ ਸਗਰੇ ਬਿਸਮਾਏ, ਇਹ ਮਹਿਮਾ ਵੇਖ ਕੇ ਸਾਰੇ ਹੈਰਾਨ ਹਨ। ਹੈ ਸਮਰੱਥ ਮਹਾ ਸਭ ਰੀਤਨ, ਕਹਿੰਦੇ ਹਨ ਸਾਰੇ ਵੀ ਸਭ ਰੀਤਾਂ ਕਰਕੇ ਤੇ ਬਹੁਤ ਵੱਡੇ ਸਮਰੱਥ ਨੇ। ਨ੍ਰਿਪ ਸੁਤ ਮ੍ਰਿਤ ਕੋ ਦੀਨ ਜਿਵਾਏ, ਜਿਨ੍ਹਾਂ ਨੇ ਵੇਖੋ ਰਾਜੇ ਦੇ ਮਰੇ ਹੋਏ ਪੁੱਤਰ ਨੂੰ ਜਿਉਂਦਾ ਕਰ ਦਿੱਤਾ। ਹਰੀ ਰਾਮ ਨ੍ਰਿਪ ਸਿੱਖ ਤਬ ਹੋਇਓ, ਹਰੀ ਰਾਮ ਰਾਜਾ ਫਿਰ ਗੁਰੂ ਕਾ ਸਿੱਖ ਬਣਿਆ। ਪੁਨ ਸਭ ਸਿੱਖੀ ਕੇ ਮਗ ਆਏ, ਤੇ ਹੋਰ ਵੀ ਫਿਰ ਸਾਰੇ ਸਿੱਖੀ ਮਾਰਗ ਤੇ ਆਏ ਹਨ। ਵਾਹਿਗੁਰੂ ਸਿਮਰਹਿ ਸੁਖ ਪਾਵਹਿ, ਮੁਖੋਂ ਵਾਹਿਗੁਰੂ ਵਾਹਿਗੁਰੂ ਸਿਮਰਦੇ ਐ ਤੇ ਸੁਖ ਪਾਉਂਦੇ ਹਨ। ਚਿਤ ਇੱਛਾ ਕੋ ਦੇਤ ਪੁਰਾਏ, ਤੇ ਬਾਬਾ ਜੀ ਕਿਰਪਾ ਕਰ ਰਹੇ ਨੇ, ਸਭ ਦੇ ਚਿੱਤ ਦੀਆਂ ਇੱਛਾ ਪੂਰੀਆਂ ਕਰ ਰਹੇ ਹਨ। ਦੋਹਰਾ ਕਿਤਕ ਕਾਲ ਰਹੇ ਉਦੇਸ਼ ਮੈਂ, ਸਿੱਖੀ ਬਹੁ ਬਿਸਥਾਰ। ਕੁਝ ਸਮਾਂ ਫਿਰ ਬਾਬਾ ਸਾਵਣ ਮੱਲ ਜੀ ਉਸ ਦੇਸ਼ ਵਿੱਚ ਰਹੇ ਤੇ ਸਿੱਖੀ ਦਾ ਬਹੁਤ ਵਿਸਥਾਰ ਕੀਤਾ ਹੈ। ਪੁਨ ਇੱਛਾ ਅਸ ਵਿਦ ਕਰੀ, ਚੱਲ ਹੈ ਗੁਰ ਦਰਬਾਰ। ਫਿਰ ਇਸ ਤਰ੍ਹਾਂ ਇੱਛਾ ਕੀਤੀ ਕਿ ਹੁਣ ਗੁਰੂ ਦਰਬਾਰ ਨੂੰ ਚੱਲਿਆ ਜਾਵੇ। ਚੌਪਈ ਸਾਵਣ ਮੱਲ ਜਬ ਤਿਆਰੀ ਕੀਨੀ, ਜਦੋਂ ਬਾਬਾ ਸਾਵਣ ਮੱਲ ਜੀ ਨੇ ਚੱਲਣ ਦੀ ਉੱਥੋਂ ਤਿਆਰੀ ਕੀਤੀ। ਭੂਪ ਸਚਵ ਸਭ ਹਨ ਸੁਨ ਲੀਨੀ, ਰਾਜੇ ਵਜ਼ੀਰਾਂ ਨੇ ਸਭ ਨੇ ਗੱਲ ਸੁਣੀ ਹੈ। ਸਭ ਮਿਲੇ ਆਏ ਸਾਵਨ ਪਾਸ, ਸਾਰੇ ਮਿਲ ਕੇ ਬਾਬਾ ਸਾਵਣ ਮੱਲ ਜੀ ਦੇ ਕੋਲ ਪਹੁੰਚੇ ਹਨ। ਬੇਨਤੀ ਭਨ ਕੀਏ ਬਚਨ ਪ੍ਰਕਾਸ਼, ਇਉਂ ਬੇਨਤੀ ਕਰਦਿਆਂ ਬਚਨ ਕਹੇ। ਸੰਤ ਸਾਹਿਬ ਹਮ ਭੀ ਤੁਮ ਸੰਗ, ਹੇ ਸੰਤ ਪੁਰਸ਼ੋ ਸਾਹਿਬ ਜੀ, ਅਸੀਂ ਵੀ ਬਾਬਾ ਸਾਵਣ ਮੱਲ ਸਾਹਿਬ ਤੁਹਾਡੇ ਨਾਲ ਹੀ। ਚੱਲ ਹੈ ਦਰਸ਼ਨ ਸਹਿਤ ਮੰਗ, ਗੁਰੂ ਅਮਰਦਾਸ ਮਹਾਰਾਜ ਜੀ ਦੇ ਉਤਸ਼ਾਹ ਸਹਿਤ ਦਰਸ਼ਨਾਂ ਨੂੰ ਅਸੀਂ ਚੱਲਦੇ ਹਾਂ। ਸੁਣ ਸਾਵਣ ਮੱਲ ਆਗਿਆ ਦੀਨੀ, ਇਹ ਸੁਣ ਕੇ ਬਾਬਾ ਸਾਵਣ ਮੱਲ ਜੀ ਨੇ ਆਗਿਆ ਦੇ ਦਿੱਤੀ। ਭੂਪ ਪ੍ਰਜਾ ਜੁਤ ਤਿਆਰੀ ਕੀਨੀ, ਰਾਜੇ ਪ੍ਰਜਾ ਸਮੇਤ ਸਭ ਨੇ ਤਿਆਰੀਆਂ ਕਰ ਲਈਆਂ। ਰਾਣੀ ਮੰਤਰੀ ਸਭ ਚੱਲ ਆਏ, ਰਾਣੀ ਮੰਤਰੀ ਵਜ਼ੀਰ ਹੋਰ ਸਭ ਚੱਲ ਕੇ ਆ ਗਏ। ਗੋਇੰਦਵਾਲ ਪਹੁੰਚੇ ਸੁਖ ਪਾਏ, ਸਾਰੇ ਭਾਈ ਸੁਖ ਪਾ ਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ। ਪ੍ਰਥਮ ਸਭਨ ਡੇਰੇ ਕਰਵਾਏ, ਪਹਿਲਾਂ ਸਾਰਿਆਂ ਦਾ ਡੇਰੇ ਜਿਹੜਾ ਉਹ ਕਰਵਾਏ ਹਨ। ਸਾਵਣ ਮੱਲ ਪੁਨ ਗੁਰ ਢਿਗ ਜਾਏ,
ਫਿਰ ਬਾਬਾ ਸਾਵਣ ਮੱਲ ਜੀ ਗੁਰੂ ਅਮਰਦਾਸ ਜੀ ਮਹਾਰਾਜ ਕੋਲ ਗਏ ਨੇ। ਹਾਥ ਬੰਦ ਚਰਨਨ ਲਪਟਾਇਓ, ਹੱਥ ਜੋੜੇ ਬਾਬਾ ਜੀ ਗੁਰੂ ਸਾਹਿਬ ਦੇ ਚਰਨਾਂ ਨਾਲ ਲਿਪਟ ਗਏ। ਦਰਸ ਪਾਏ ਮਨ ਆਨੰਦ ਵਢਾਇਓ, ਤੇ ਦਰਸ਼ਨ ਪਾ ਕਰਕੇ ਬਹੁਤ ਮਨ ਵਿੱਚ ਆਨੰਦ ਵਧਾਇਆ ਹੈ। ਸਤਿਗੁਰ ਬੂਝਿਓ ਕੁਸ਼ਲ ਆਨੰਦ, ਗੁਰੂ ਮਹਾਰਾਜ ਨੇ ਸੁਖ ਸ਼ਾਂਤ ਆਨੰਦ ਪੁੱਛਿਆ ਹੈ। ਸਾਵਣ ਮੱਲ ਭਾਖੈ ਕਰ ਬੰਦ, ਬਾਬਾ ਸਾਵਣ ਮੱਲ ਜੀ ਹੱਥ ਜੋੜ ਕੇ ਕਹਿੰਦੇ ਹਨ, ਕਿਰਪਾ ਆਪ ਕੀ ਸਗਰੋ ਦੇਸ, ਕਿ ਸਤਿਗੁਰੂ ਤੁਹਾਡੀ ਕਿਰਪਾ ਨਾਲ ਸਾਰਾ ਉਦੇਸ਼। ਭਇਓ ਸਿੱਖ ਲੀਨ ਸੇ ਉਪਦੇਸ਼, ਉਹ ਉਪਦੇਸ਼ ਲੈ ਕਰਕੇ ਤੁਹਾਡਾ ਸਿੱਖ ਹੋ ਗਿਆ ਹੈ। ਅਬ ਭੂਪਤ ਸੰਗ ਸਭ ਚੱਲ ਆਏ, ਹੁਣ ਮਹਾਰਾਜ ਰਾਜਾ ਕੀ ਹੋਰ ਸਭ ਨਾਲ ਚੱਲ ਕੇ ਆਏ ਹਨ। ਮਨ ਸ਼ਰਧਾ ਤਬ ਦਰਸ਼ਨ ਪਾਏ, ਉਹਨਾਂ ਦੇ ਮਨ ਵਿੱਚ ਸ਼ਰਧਾ ਹੈ ਕਿ ਸਤਿਗੁਰੂ ਤੁਹਾਡੇ ਦਰਸ਼ਨ ਕਰਨ। ਕਹਿ ਗੁਰ ਪ੍ਰਥਮ ਦੇਗ ਤੇ ਖਾਵਹਿ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਹਿਲਾਂ ਲੰਗਰ ਵਿੱਚ ਜਾਓ, ਉਹਨਾਂ ਨੂੰ ਕੋ ਪ੍ਰਸ਼ਾਦਾ ਛਕਣ। ਪੁਨ ਦਰਸ਼ਨ ਹਿਤ ਹਮ ਢਿਗ ਆਵੈ, ਫੇਰ ਭਾਈ ਦਰਸ਼ਨਾਂ ਵਾਸਤੇ ਸਾਡੇ ਕੋਲ ਪਹੁੰਚਣ। ਲੈ ਰਜਾਏ ਸਾਵਣ ਮੱਲ ਜਾਏ, ਉਹ ਰਜਾ ਹੁਕਮ ਲੈ ਕੇ ਬਾਬਾ ਸਾਵਣ ਮੱਲ ਜੀ ਗਏ ਹਨ। ਨ੍ਰਿਪ ਸੁਤ ਸਭ ਕੋ ਸੰਗ ਲਵਾਏ, ਰਾਜਾ ਸਮੇਤ ਸਾਰਿਆਂ ਨੂੰ ਨਾਲ ਲੈ ਕੇ ਦੇਗ ਸਥਾਨ ਪੰਗਤਾਂ ਲਾਈ, ਲੰਗਰ ਵਾਲੇ ਸਥਾਨ ਤੇ ਪੰਗਤਾਂ ਲਾ ਦਿੱਤੀਆਂ। ਸਭ ਕੋ ਇੱਕ ਸਮੇਂ ਅਸਨ ਛਕਾਈ, ਸਾਰਿਆਂ ਨੂੰ ਇੱਕ ਬਰਾਬਰ ਪ੍ਰਸ਼ਾਦਾ ਛਕਾਇਆ ਹੈ। ਪੁਨ ਆਏ ਸਾਵਣ ਮੱਲ ਸਾਥ, ਫਿਰ ਭਾਈ ਬਾਬਾ ਸਾਵਣ ਮੱਲ ਜੀ ਦੇ ਨਾਲ ਉਹ ਆਏ ਹਨ। ਦਰਸ਼ਨ ਕੀਨ ਸ੍ਰੀ ਸਤਿਗੁਰ ਨਾਥ, ਜੋ ਸਤਿਗੁਰੂ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਦੇ ਸਭ ਨੇ ਦਰਸ਼ਨ ਕੀਤੇ। ਧਰ ਅਕੋਰ ਚਰਨਨ ਲਪਟਾਏ, ਤੇ ਭੇਟਾਵਾਂ ਧਰੀਆਂ ਚਰਨਾਂ ਨਾਲ ਲਿਪਟੇ ਹਨ। ਮਨੋ ਕਾਮਨਾ ਗੁਰ ਤੇ ਪਾਏ, ਇਹ ਗੁਰੂ ਮਹਾਰਾਜ ਦੇ ਦਰ ਤੋਂ ਮਨੋ ਕਾਮਨਾ ਪਾਈਆਂ ਨੇ। ਕਿਤਕ ਦਿਵਸ ਰਹਿ ਗੁਰ ਦਰਬਾਰਾ, ਕੁਝ ਕੁ ਦਿਨ ਰਹਿ ਕੇ ਇਸ ਤਰ੍ਹਾਂ ਗੁਰੂ ਦਰਬਾਰ ਵਿੱਚ। ਲੈ ਆਏ ਸਪੁਨ ਸਦਨ ਸਿਧਾਰਾ, ਇਉਂ ਆਗਿਆ ਲੈ ਕੇ ਫਿਰ ਰਾਜਾ ਹਰੀਪੁਰ ਦਿਆ ਸਦਾ ਆਪਣੇ ਘਰ ਚਲਿਆ ਗਿਆ। ਸ੍ਰੀ ਅਮਰੋ ਪਤ ਸਾਵਣ ਮੱਲ, ਇਸ ਤਰ੍ਹਾਂ ਭਾਈ ਸ੍ਰੀ ਅਮਰੋ ਪਤ ਸੁਭਾਏ ਮਾਨ ਬੀਬੀ ਅਮਰੋ ਦੇ ਪਤੀ ਸਾਵਣ ਮੱਲ, ਬਾਬਾ ਸਾਵਣ ਮੱਲ ਜੀ ਨੂੰ ਦਈ ਮੰਜੀ ਤਿਸ ਪ੍ਰਥਮ ਅਟਲ, ਤੇ ਉਹ ਭਾਈ ਜੋ ਪ੍ਰਤੱਖ ਪ੍ਰਥਮ ਅਟਲ ਹੈ, ਪਹਿਲੀ ਮੰਜੀ ਜਿਹੜੀ ਹੈ ਉਹ ਬਾਬਾ ਸਾਵਣ, ਜਿਵੇਂ ਆਪਾਂ ਸੁਣਦੇ ਹਾਂ 22 ਮੰਜੀਆਂ ਬਖਸ਼ੀਆਂ, ਸਭ ਤੋਂ ਪਹਿਲੀ ਮੰਜੀ ਉਹ ਗੁਰਮੁਖੋ ਬਾਬਾ ਸਾਵਣ ਮੱਲ ਜੀ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਦਿਜਬਰ ਦਾਸ ਨਕੋਦਰ ਏਕਾ, ਇੱਕ ਗੁਰਮੁਖੋ ਦਿਜਬਰ ਦਾਸ, ਦਿਜਬਰ ਦਾਸ ਇੱਕ ਬ੍ਰਾਹਮਣ ਸੀ, ਨਕੋਦਰ ਏਕਾ, ਇਹ ਨਕੋਦਰ ਦਾ ਰਹਿਣ ਵਾਲਾ ਸੀ ਬ੍ਰਾਹਮਣ ਦਿਜਬਰ ਦਾਸ। ਸਾਵਣ ਮੱਲ ਸੰਗ ਆਇਓ ਨੇਕਾ, ਉਹ ਵੀ ਬਾਬਾ ਸਾਵਣ ਮੱਲ ਜੀ ਦੇ ਨਾਲ ਬਹੁਤ ਨੇਕ ਪੁਰਸ਼ ਸੀ, ਉਹ ਆਇਆ ਹੈ। ਰਹਿਓ ਗੁਰੂ ਢਿਗ ਸੇਵ ਕਮਾਈ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਿਹਾ ਤੇ ਉਹਨੇ ਮਹਾਰਾਜ ਦੀ ਬਹੁਤ ਸੇਵਾ ਕੀਤੀ। ਭੇ ਪ੍ਰਸੰਨ ਤਿਸ ਪਰ ਜਗ ਰਾਈ, ਜਗਤ ਦੇ ਰਾਜਾ ਰੂਪ ਗੁਰੂ ਅਮਰਦਾਸ ਜੀ ਉਹਦੇ ਤੇ ਬਹੁਤ ਪ੍ਰਸੰਨ ਹੋਏ। ਦੁਤੀਏ ਮੰਜੀ ਇਸ ਕੋ ਦੀਨੀ, ਤੇ ਇਹਨੂੰ ਗੁਰਮੁਖੋ ਦੂਜੀ ਮੰਜੀ ਜਿਹੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਪੁਰਨੀ ਚਿੰਤਪੁਰੀ ਲੇਹੁ ਲੀਨੀ, ਤੇ ਇਹ ਚਿੰਤਪੁਰਨੀ
ਉਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਿਆ ਕਿ ਉਹ ਜਿਹੜੀ ਹੈ ਪੁਰੀ ਇਸ ਨੇ ਚੀਨੀ ਲਿਹੋ ਚੀਨੀ ਉੱਥੋਂ ਦੀ ਇਹ ਜਾਣ ਲਓ। ਤ੍ਰਿਤੀਏ ਬੱਲੂ ਸੇਵਕ ਨਾਈ, ਤੀਜਾ ਹੈ ਭਾਈ ਬੱਲੂ ਜੀ ਸੇਵਕ। ਤੇ ਇਹ ਗੁਰਮੁਖੋ ਇੱਥੇ ਹੁਣ ਇਹਨਾਂ ਨੇ ਸਪਸ਼ਟ ਕੀਤਾ ਹੈ ਕਿ ਕੱਲ ਪਰਸੋਂ ਸ਼ਾਇਦ ਆਪਾਂ ਗੱਲ ਵਿੱਚ ਕਿਹਾ ਸੀ, ਕਈ ਇੱਕ ਜਗ੍ਹਾ ਲਿਖਿਆ ਵੀ ਜੱਟ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ। ਅਸਲ ਵਿੱਚ ਭਾਈ ਬੱਲੂ ਜੀ ਜਿਹੜੇ ਹਨ ਉਹ ਨਾਈ ਪਰਿਵਾਰ ਵਿੱਚੋਂ ਸਨ, ਰਾਜੇ ਕਹਿੰਦੇ ਆਪਾਂ। ਤੇ ਉਸ ਭਾਈ ਬੱਲੂ ਜੀ ਨੂੰ ਹੁਣ ਇਹ ਜਾਣਨਾ ਚਾਹੀਦਾ ਹੈ। ਵੈਸੇ ਤਾਂ ਦੇਖੋ ਸਿੱਖੀ ਵਿੱਚ ਜਾਤਾਂ ਦਾ ਗੋਤਾਂ ਦਾ ਕੋਈ ਹੈ ਨਹੀਂ, ਮਹਾਨਤਾ ਕੋਈ ਇਹ, ਪਰ ਮਾਣ ਕਰਨਾ ਚਾਹੀਦਾ ਹੈ। ਇੱਕ ਕੌਮਾਂ ਨੇ, ਕਿੰਨੀਆਂ ਕੌਮਾਂ ਗੁਰੂ ਸਾਹਿਬ ਨਾਲ ਜੁੜੀਆਂ ਤੇ ਗੁਰੂ ਕਿਆਂ ਨੇ ਬਖਸ਼ਿਸ਼ਾਂ ਕੀਤੀਆਂ। ਇਹ ਆਪੋ ਇਤਿਹਾਸ ਨੂੰ ਆਪਣੇ ਨੂੰ ਯਾਦ ਰੱਖ ਕੇ ਇਹ ਤੋਂ ਪ੍ਰੇਰਨਾ ਲੈ ਕੇ ਜੁੜਨਾ ਚਾਹੀਦਾ ਗੁਰੂ। ਹੁਣ ਕੀ ਹੈ, ਹੁਣ ਕੋਈ ਕਿਸੇ ਪਾਸੇ ਉਧਰ ਕੋਈ ਆਏ, ਤੇ ਮਹਾਰਾਜ ਨੇ ਤਾਂ ਕਿੱਡੀਆਂ ਕਿਰਪਾ ਕੀਤੀਆਂ ਸੀ ਤੇ ਆਪਦੇ ਵਡੇਰਿਆਂ ਦਾ ਇਤਿਹਾਸ ਜਿਹੜੇ ਭੁੱਲ ਜਾਣ ਫਿਰ ਉਹ। ਤੇ ਇਹ ਹੁਣ ਭਾਈ ਬੱਲੂ ਜੀ ਅਸਲ ਵਿੱਚ ਇੱਥੇ ਜਿਹੜਾ ਸਪਸ਼ਟ ਕਰਤਾ, ਕਿਉਂਕਿ ਕਈ ਵਾਰ ਲਿਖਣ ਵਾਲੇ ਕੋਈ ਨਾ ਕੋਈ ਉਸ ਤਰ੍ਹਾਂ ਲਿਖ ਜਾਂਦੇ ਆ। ਇਹ ਨਾਈ ਪਰਿਵਾਰ ਵਿੱਚੋਂ ਸਨ। ਮੰਜੀ ਦੀਨੀ ਗੁਰ ਹਰ ਖਾਈ, ਤੀਜੀ ਮੰਜੀ ਗੁਰੂ ਸਾਹਿਬ ਨੇ ਪ੍ਰਸੰਨਤਾ ਸਹਿਤ ਭਾਈ ਬੱਲੂ ਜੀ ਨੂੰ ਬਖਸ਼ੀ, ਜਿਹੜੇ ਮਹਾਰਾਜ ਦੇ ਨਾਲ ਹਮੇਸ਼ਾ ਹਜ਼ੂਰੀਏ ਸੇਵਾ ਵਿੱਚ ਰਹਿੰਦੇ ਸਨ। ਦੇਸ਼ ਵਿਦੇਸ਼ਨ ਮਹਿ ਵਿਚਰਾਏ, ਤੇ ਨਾਲ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਿਚਰੇ, ਗੁਰ ਸਿੱਖੀ ਪ੍ਰਚਾਰ ਕਰਾਏ। ਤੇ ਉਸ ਤੋਂ ਮਹਾਰਾਜ ਜਦੋਂ ਵੀ ਜਿੱਥੇ ਵੀ ਜਾਂਦੇ ਭਾਈ ਬੱਲੂ ਜੀ ਨੂੰ ਹਮੇਸ਼ਾ ਨਾਲ ਲੈ ਕੇ ਜਾਂਦੇ ਸੀ, ਤੇ ਸਿੱਖੀ ਦਾ ਭਾਈ ਬੱਲੂ ਜੀ ਰਾਹੀਂ ਬਹੁਤ ਪ੍ਰਚਾਰ ਕਰਵਾਇਆ ਗੁਰੂ ਪਾਤਸ਼ਾਹ ਨੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ, ਤੀਜੇ ਮਹੱਲੇ ਦੇ ਬਾਬਾ ਸਾਵਣ ਮੱਲ ਜੀ ਔ ਮੰਜੀਆਂ ਬਖਸ਼ਣ ਪ੍ਰਸੰਗ ਵਰਣਨ। ਬਾਬਾ ਸਾਵਣ ਮੱਲ ਜੀ ਹੋਰ ਮੰਜੀਆਂ ਜਿਹੜੀਆਂ ਬਖਸ਼ੀਆਂ ਪ੍ਰਸੰਗ ਵਰਣਨ ਕੀਤਾ। ਨਾਮ ਤ੍ਰਿਤਿਓ ਮੰਦਰ ਹੈ। ਇਹ ਗੁਰਮੁਖੋ ਤੀਜੇ ਘਰ ਦਾ ਪ੍ਰਸੰਗ ਹੈ। ਦੋ ਹੋਰਾ ਅੱਗੇ ਚੌਥੇ ਘਰ ਦਾ ਪ੍ਰਸੰਗ ਦੱਸਦੇ ਹਨ। ਸ੍ਰੀ ਗੁਰ ਅਮਰ ਸੁਹਾਏ ਹੈ, ਗੋਇੰਦਵਾਲਪੁਰ ਮਾਹੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਨਗਰ ਵਿੱਚ ਸੋਭ ਰਹੇ ਹਨ। ਦੇਸ਼ ਵਿਦੇਸ਼ਨ ਸਿੱਖ ਬਹੁ ਆਵੇ ਦਰਸ਼ਨ ਪਾਹੀ। ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਸਿੱਖ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ, ਦਰਸ਼ਨ ਪਾਉਂਦੇ ਹਨ। ਚੌਪਈ ਪਾਰੋ ਜੁਲਕਾ ਡੱਲੇ ਮਾਹੀ। ਇਹ ਭਾਈ ਪਾਰੋ ਜੁਲਕਾ ਜੀ ਜਿਹੜੇ ਡੱਲੇ ਨਗਰ ਦੇ ਨੇ। ਡੱਲਾ ਨਗਰ ਤੁਸੀਂ ਦੇਖਿਆ ਜਾਂ ਗਏ ਹੋਵੋਗੇ, ਜਦੋਂ ਸੁਲਤਾਨਪੁਰ ਲੋਧੀ ਨੂੰ ਜਾਂਦੇ ਆਪਾਂ ਉਦੋਂ ਪਹਿਲਾਂ ਨਗਰ ਆ ਜਾਂਦਾ ਹੈ। ਇੱਥੋਂ ਗੁਰਮੁਖੋ ਜਿਹੜੇ ਆ ਬ੍ਰਹਮ ਗਿਆਨੀਆਂ ਦਾ ਪਿੰਡ ਗਿਣਿਆ ਉਹਨਾਂ ਸਮਿਆਂ ਵਿੱਚ, ਜਿੱਥੋਂ ਦੇ ਭਾਈ ਲਾਲੋ ਵੀ ਹੋਏ ਆ। ਇੱਕ ਭਾਈ ਲਾਲੋ ਤਰਖਾਣ ਪਰਿਵਾਰ ਵਿੱਚੋਂ ਹੋਏ ਨੇ, ਜਿਹਦੇ ਘਰੇ ਮਹਾਰਾਜ ਗਏ ਉਦੋਂ, ਜਿੱਥੇ ਮਾਲਕ ਭਾਗੋ ਨੂੰ ਉਪਦੇਸ਼ ਦਿੱਤਾ। ਇੱਕ ਇਹ ਭਾਈ ਲਾਲੋ ਹੋਇਆ ਤੇਈਆ ਤਾਪ, ਜਿਹਨ ਮਹਾਰਾਜ ਨੇ ਲੈ ਗਿਆ ਸੀ ਨਾ ਗੁਰੂ ਸਾਹਿਬ ਕੋਲੋਂ। ਤੇਈਆ ਜਵਾਕ ਸੀਗਾ, ਜਵਾ ਬੱਚੇ ਦੇ ਰੂਪ ਵਿੱਚ, ਤੇ ਉਹ ਤੇਈਏ ਤਾਪ ਵਾਲੀ ਸਾਖੀ ਆਪਾਂ ਦੇਖਦੇ ਹਾਂ। ਪਹਿਲਾਂ ਉਹ ਸੁੰਦਰ ਗੁੱਟ ਕੇ ਜਦੋਂ ਆਉਂਦੇ ਹੁੰਦੇ ਉਹਨਾਂ ਦੇ ਵਿੱਚ ਛਪਦੀ ਹੁੰਦੀ ਸੀ, ਤੇ ਜਿਹਨੂੰ ਤੇਈਆ ਤਾਪ ਚੜ ਜਾਣਾ ਉਹਨੂੰ ਸਾਖੀ ਸੁਣਾ ਦੇਣੇ, ਮੁੜ ਕੇ ਬੁਖਾਰ ਨਹੀਂ ਸੀ ਚੜਦਾ ਹੁੰਦਾ। ਹੁਣ ਸ਼ਰਧਾ ਸਾਡੀ ਘਟ ਗਈ। ਇਹ ਤਾਂ ਹੁਣ ਪ੍ਰਤੱਖ ਦੇਖਦੇ ਰਹੇ ਆ ਕਿ ਸਾਖੀ ਉਹ ਸੁਣਾ ਦੇਣੀ, ਬੁਖਾਰ ਨਹੀਂ ਸੀ ਹੁੰਦਾ, ਤੇਈਆ ਤਾਪ ਉਤਰ ਜਾਂਦਾ। ਤੇ ਹੁਣ ਉਹ ਕਾਰਨ ਕਿ ਹੁਣ ਤਾਂ ਕੋਈ ਸੁਣਾਉਂਦਾ ਨਹੀਂ ਹੈ ਸਾਖੀ, ਉਹਨੂੰ ਯਕੀਨ ਨਹੀਂ ਸਾਡਾ ਰਿਹਾ। ਇਸ ਕਰਕੇ ਗੁਰੂ ਦੀ ਕਰਾਮਾਤ ਤਾਂ ਕੋਈ ਫਰਕ ਨਹੀਂ ਹੈ, ਵਿਸ਼ਵਾਸ ਵਾਲੇ ਤੇ ਵਰਤਣੀ ਹੈ। ਜੇ ਗੁਰਮੁਖੋ ਸਾਡੀ ਸ਼ਰਧਾ ਨਹੀਂ ਹੈ ਫਿਰ ਨਹੀਂ ਕੁਛ ਹੁੰਦਾ ਹੈ। ਇਹ ਤਾਂ ਭਾਵਨਾ ਨੂੰ ਫਲ ਲੱਗਦੇ ਹਨ। ਪਾਰੋ ਜੁਲਕਾ ਡੱਲੇ ਮਾਹੇ। ਭਾਈ ਪਾਰੋ ਜੁਲਕਾ ਜੀ ਡੱਲੇ ਪਿੰਡ ਵਿੱਚ ਸ੍ਰੀ ਗੁਰ ਅੰਗਦ ਸਿੱਖ ਰਹਾਏ। ਇਹ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜਿਹੜਾ ਸਿੱਖ ਸੀ, ਰਹਿੰਦਾ ਸੀ।
ਸੋ ਗੁਰ ਅਮਰ ਦਰਸ ਕੋ ਆਇਓ। ਭਾਈ ਪਾਰੋ ਜੁਲਕਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸੇਵਾ ਕਰਦਾ ਰਿਹਾ। ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨ ਸ਼ਰਨ ਵਿੱਚ ਬਹੁਤ ਸਮਾਂ ਰਿਹਾ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਮੁਖੋ ਚਰਨਾਂ ਵਿੱਚ ਸੇਵਾ ਕੀਤੀ। ਫਿਰ ਵੇਖੋ ਸਮਾਂ ਪਿਆ ਤੇ ਇਹੀ ਪਰਿਵਾਰ ਜਿਹੜਾ ਸੀ ਇਹਦਾ ਅੱਗੇ ਜਿਹੜਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਇਹਨਾਂ ਦੀ ਪੋਤਰੀ ਬਹੁਤ ਸਤਿਕਾਰਯੋਗ ਮਾਤਾ ਦਮੋਦਰੀ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਵਿਆਹੇ ਗਏ। ਤੇ ਜਦੋਂ ਕਿਤੇ ਸੁਲਤਾਨਪੁਰ ਲੋਧੀ ਤੁਸੀਂ ਗਏ ਹੋਵੋਗੇ ਤੇ ਉੱਥੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਿਓ ਤਾਂ ਉੱਥੇ ਇੱਕ ਗੁਰਦੁਆਰਾ ਸੇਰਾ ਸਾਹਿਬ ਵੀ ਹੈ ਸੁਲਤਾਨਪੁਰ ਲੋਧੀ ਵਿੱਚ, ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਰਾਤ ਲੈ ਕੇ ਆਏ, ਉੱਥੇ ਅੱਗੇ ਇਉਂ ਹੀ ਹੁੰਦਾ ਸੀ, ਰਾਤ ਕੱਟੀ ਤੇ ਸਵੇਰ ਵੇਲੇ ਉੱਥੋਂ ਫਿਰ ਸਿਹਰਾ ਸਜਾ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡੱਲੇ ਨਗਰ ਲੈ ਕੇ ਗਏ। ਤੇ ਜਦੋਂ ਕਿਤੇ ਜਾਂਦੇ ਹੋ ਇੱਧਰ ਨੂੰ ਤਾਂ ਗੁਰਮੁਖੋ ਡੱਲੇ ਜ਼ਰੂਰ ਦਰਸ਼ਨ ਕਰ ਲਿਓ। 72 ਬ੍ਰਹਮ ਗਿਆਨੀ ਉਸ ਸਮੇਂ ਹੋਏ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ 72 ਦੇ ਨਾਂ ਲਿਖੇ ਹੋਏ ਆ ਤੇ ਉੱਥੇ ਵੀ ਤੁਸੀਂ ਜਾਓ ਤੇ ਜਿਹੜਾ ਬਹੁਤ ਮੰਨਤਾ, ਜਿਹੜਾ ਭਾਈ ਲਾਲੋ ਜੀ ਦੇ ਮਹਾਂਪੁਰਸ਼ਾਂ ਦੇ ਨਾਮ ਤੇ ਸਥਾਨ ਗੁਰਦੁਆਰਾ ਬਣਿਆ, ਬਹੁਤ ਮੰਨਤਾ, ਸਾਰੇ ਨਾਮ ਲਿਖੇ ਹੋਏ ਹਨ। ਗੁਰੂ ਪਾਤਸ਼ਾਹ ਨੇ ਏਡੀ ਕਿਰਪਾ ਕੀਤੀ। ਉਹ ਸਮਾਂ ਜਦੋਂ ਨਗਰਾਂ ਦੇ ਵਿੱਚ ਇੱਕ ਜਾਂ ਦੋ ਇਉਂ ਘਰ ਸਿੱਖਾਂ ਦੇ ਹੁੰਦੇ ਸੀ ਤਾਂ ਇਹ ਡੱਲੇ ਨਗਰ ਤੇ ਕਿੱਡੀ ਕਿਰਪਾ। ਉਸ ਸਮੇਂ 72 ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਉਹ ਪੁਰਸ਼ ਹੋਏ ਜਿਨ੍ਹਾਂ ਨੂੰ ਬ੍ਰਹਮ ਗਿਆਨਤਾ ਹਾਸਲ ਹੋਈ। ਇਹ ਬੜੀ ਕਿਰਪਾ ਦੀ ਬਾਤ ਹੈ। ਰਹੋ ਵਿਚਾਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋ ਕਿ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਕੋਲ ਵੀ ਰਹੇ, ਸੋ ਗੁਰ ਅਮਰ ਦਰਸ ਕੋ ਆਇਓ। ਉਹ ਭਾਈ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਭਾਈ ਪਾਰੋ ਜੀ ਪਹੁੰਚੇ ਹਨ। ਚੜ ਬੜਵਾ ਗੁਰ ਸਿਮਰ ਕਰਾਇਓ। ਤੇ ਇਉਂ ਚੜ ਬੜਵਾ ਘੋੜੀ ਤੇ ਸਵਾਰ ਹੋਏ, ਇਉਂ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ ਗਤ ਬਿਹੰਗ ਕੀ ਬੜਵਾ ਚਾਲੇ। ਪੰਛੀ ਦੀ ਚਾਲ ਜਿਹੜੀ ਹੈ, ਬੜਵਾ ਘੋੜੀ ਆ ਰਹੀ ਹੈ। ਕਰਾਮਾਤ ਕੇ ਸਹਿਤ ਵਿਸਾਲੇ, ਭਾਵ ਜਿਵੇਂ ਪੰਛੀ ਉੱਡਦਾ ਹੀ ਜਾਂਦਾ ਨਾ, ਇਉਂ ਜਾਣੂ ਇਹ ਕਰਾਮਾਤ ਦੇ ਸਹਿਤ ਭਾਈ ਪਾਰੋ ਜੀ ਘੋੜੀ ਤੇ ਸਵਾਰ ਨੇ। ਤੇ ਜਿਵੇਂ ਪੰਛੀ ਲੰਘ ਗਿਆ ਇਉਂ ਧਰਤੀ ਤੋਂ ਦੀ ਲੰਘ ਗਈ। ਦਿੱਲੀ ਤੇ ਨਵਾਬ ਮਗ ਜਾਏ। ਇਧਰੋਂ ਦਿੱਲੀ ਤੋਂ ਇੱਕ ਨਵਾਬ ਲਾਹੌਰ ਨੂੰ ਚੱਲਿਆ ਸੀ ਤੇ ਉਹ ਇੱਥੇ ਪੱਤਣ ਸੀ, ਉੱਥੇ ਸੀਗਾ ਹਜੇ ਖੜਾ ਵੀ ਪਾਣੀ ਜਿਹੜਾ ਹੈ ਉਤਰੂਗਾ ਫਿਰ ਆਪਾਂ ਲੰਘਾਂਗੇ। ਉਹਨੇ ਦੇਖਿਆ ਵੀ ਕੋਈ ਪੁਰਸ਼ ਘੋੜੀ ਤੇ ਸਵਾਰ ਘੁੰਮੇ ਲੰਘ ਗਿਆ ਤੇ ਜਦੋਂ ਫਿਰ ਵਾਪਸ ਆਏ, ਉਹਦਾ ਨਾਂ ਅੱਲਾ ਯਾਰ ਖਾਂ ਸੀ ਤੇ ਉਹ ਰੋਕ ਲਿਆ, ਪੁਰਸ਼ਾ ਤੂੰ ਕੌਣ ਹੈ, ਤੈਨੂੰ ਕੋਈ ਡਰ ਨਹੀਂ ਲੱਗਿਆ, ਕਿੰਨਾ ਪਾਣੀ ਤੇ ਤੂੰ ਉਵੇਂ ਹੀ ਲੰਘ ਗਿਆ ਤਾਂ ਜਿਵੇਂ ਆਮ ਧਰਤੀ ਤੋਂ ਦੀ ਘੋੜੀ ਜਾਂਦੀ। ਕਹਿਣ ਲੱਗਿਆ ਵੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਇਹ ਬਿਆਸ ਦਰਿਆ ਪਾਰ। ਗੁਰੂ ਮਹਾਰਾਜ ਉਹ ਤਾਂ ਭਵਜਲ ਤੋਂ ਡੁੱਬਦਿਆਂ ਨੂੰ ਤਾਰ ਦਿੰਦੇ, ਏਡੇ ਦਰਿਆਵਾਂ ਦਾ ਕੀ ਹੈ ਗੱਲ। ਵਿਸ਼ਵਾਸ ਐਡਾ ਭਰੋਸਾ। ਫਿਰ ਗੁਰਮੁਖੋ ਜਿਹੜਾ ਅੱਲਾ ਯਾਰ ਖਾਂ ਸੀ ਉਹ ਵੀ ਫੌਜਾਂ ਨੂੰ ਕਹਿੰਦਾ ਤੁਸੀਂ ਜਾਓ, ਹੁਣ ਆਪਦਾ ਰਾਹ ਲੰਘ ਜਾਓ, ਮੈਂ ਤਾਂ ਹੁਣ ਇੱਥੇ ਹੀ ਰਹੂੰ। ਮਹਾਰਾਜ ਦੇ ਦਰ ਤੇ ਉਹਨੇ ਵੀ ਸੇਵਾ ਕੀਤੀ, ਗੁਰੂ ਕਾ ਸਿੱਖ ਬਣਿਆ, ਉਹਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ੀ ਸੀ। ਰਹੋ ਵਿਚਾਰ। ਗਤ ਬਿਹੰਗ ਕੀ ਬੜਵਾ ਚਾਲੇ, ਕਰਾਮਾਤ ਕੇ ਸਹਿਤ ਵਿਸਾਲੇ। ਕਰਾਮਾਤ ਦੇ ਨਾਲ ਬਹੁਤ। ਦਿੱਲੀ ਤੇ ਨਵਾਬ ਮਗ ਜਾਏ। ਦਿੱਲੀੋਂ ਇਹ ਨਵਾਬ ਜਾਂਦਾ ਸੀ ਰਸਤੇ ਤੇ। ਗਜ ਪਰ ਹੋਤੋ ਚਮੂ ਸਮੁਦਾਏ। ਹਾਥੀ ਤੇ ਸਵਾਰ ਹੈ ਬਹੁਤ, ਨਾਲ ਫੌਜਾਂ ਹਨ। ਅਬ ਲੋਕਿਓ ਤਿੰਨ ਭਾਈ ਪਾਰੋ। ਉਸਨੇ ਭਾਈ ਪਾਰੋ ਜੀ ਨੂੰ ਵੇਖਿਆ ਹੈ। ਮਹਾ ਆਚਰਜ ਹਿਰਦੇ ਮੈਂ ਧਾਰੋ। ਬਹੁਤ ਹੀ ਅਚਰਜ ਧਾਰਿਆ ਹਿਰਦੇ ਵਿੱਚ।
ਸ਼ੀਘਰ ਜਾਏ ਭਾ ਖਰਾ ਅਗਾਊ। ਤੁਰੰਤ ਜਾ ਕੇ ਉਹ ਅੱਗੇ ਖੜ ਗਿਆ। ਦਰਸ਼ਨ ਕੋ ਧਰ ਕੇ ਚਿਤ ਚਾਊ। ਚਿਤ ਵਿੱਚ ਦਰਸ਼ਨਾਂ ਦਾ ਚਾਅ ਧਰ ਕੇ ਤਾਜ ਗਜ ਕੋ ਪਾਇਨ ਪਰ ਪਰਿਓ। ਹਾਥੀ ਤੋਂ ਉਤਰ ਕੇ ਭਾਈ ਪਾਰੋ ਜੀ ਦੇ ਚਰਨੀ ਪੈ ਗਿਆ। ਪਾਰੋ ਕਿਰਪਾ ਦ੍ਰਿਸ਼ਟ ਨਿਹਰਿਓ। ਭਾਈ ਪਾਰੋ ਜੀ ਜਿਨ੍ਹਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਉਹਨੂੰ ਵੇਖਿਆ। ਅਦਕ ਹਿਰਦੇ ਮਹਿ ਪ੍ਰੇਮ ਪ੍ਰਕਾਸ਼ਾ। ਤੇ ਉਸ ਨਵਾਬ ਦੇ ਹਿਰਦੇ ਵਿੱਚ ਬਹੁਤ ਵੱਡਾ ਪ੍ਰੇਮ ਪੈਦਾ ਹੋਇਆ। ਮਨ ਤੇ ਭਇਓ ਵਿਕਾਰ ਵਿਨਾਸ਼ਾ। ਉਸ ਦੇ ਮਨ ਤੋਂ ਵਿਕਾਰਾਂ ਦਾ ਨਾਸ਼ ਹੋ ਗਿਆ। ਹੱਥ ਜੋੜ ਕੇ ਤਾਹੇ ਉਚਾਰਾ। ਉਹਨੇ ਹੱਥ ਜੋੜ ਕੇ ਭਾਈ ਪਾਰੋ ਜੀ ਅੱਗੇ ਬੇਨਤੀ ਕੀਤੀ। ਆਹੋ ਵਲੀ ਕਿਆ ਨਾਮ ਤੁਮਾਰਾ। ਐ ਵਲੀ ਪੁਰਸ਼ਾ ਤੇਰਾ ਨਾਮ ਕੀ ਹੈ। ਕਿਤ ਕੋ ਜਾਤ ਕਹਾਂ ਤੇ ਆਏ। ਇਹ ਜੁਲਕਾ ਖੱਤਰੀਆਂ ਦੀ ਜਾਤੀ ਹੈ, ਗੋਤ ਹੈ। ਇਤਿਹਾਸ ਵਿੱਚ ਜਦੋਂ ਕੋਈ ਹੁੰਦਾ ਫਿਰ ਨਾਲ ਇਸ ਕਰਕੇ ਲਿਖਿਆ ਜਾਂਦਾ ਕਿਉਂਕਿ ਇਤਿਹਾਸਕ ਪੱਖ ਹੈ। ਭਾਈ ਪਾਰੋ ਜੀ ਜੁਲਕਾ ਗੋਤ ਦੇ ਖੱਤਰੀ ਸਨ। ਪੁੱਛਿਆ ਹੈ ਕਿ ਕੌਣ ਹੋ ਤੁਸੀਂ, ਕਿਤ ਕੋ ਜਾਤ ਕਹਾਂ ਤੇ ਆਏ। ਕਿੱਧਰ ਨੂੰ ਜਾ ਗਏ ਸੀ, ਕਿੱਧਰੋਂ ਆਏ ਹੋ। ਖਾਦਮ ਕੀਜੈ ਬਰ ਖੁਰਦਾਏ। ਖਾਦਮ ਨਾਮ ਹੈ, ਜਿਵੇਂ ਆਪਾਂ ਕਹਿੰਦੇ ਆ ਵੀ ਪਰਮਾਤਮਾ ਦੇ ਵਾਸਤੇ ਮੈਨੂੰ ਆਪਣਾ ਖਾਦਮ ਬਣਾ ਲਾ, ਆਪਣਾ ਦਾਸ। ਬਰ ਖੁਰਦਾਏ, ਬਰਖੁਰਦਾਰ ਸ਼ਬਦ ਬਣਿਆ ਨਾ, ਬਰਖੁਦਾਏ। ਇਹ ਖੁਦਾ ਦੇ ਬੰਦੇ ਮੈਨੂੰ ਆਪਣਾ ਖਾਦਮ, ਆਪਣਾ ਨੌਕਰ ਕਰ ਲੈ। ਪਾਰੋ ਨਾਮ ਹਮਾਰੋ ਹੈ। ਤਾਂ ਉਹ ਮਹਾਂਪੁਰਸ਼ ਬਾਬਾ ਪਾਰੋ ਜੀ ਨੇ ਦੱਸਿਆ ਮੇਰਾ ਨਾਂ ਭਾਈ ਪਾਰੋ ਹੈ। ਗੁਰ ਦਰਸ਼ਨ ਜਾਵਤ ਚਿਤ ਚਹੈ। ਚਿੱਤ ਦੀ ਚਾਹਨਾ ਸਹਿਤ ਮੈਂ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ। ਸੁਨ ਨਵਾਬ ਮਨ ਸਿਦਕ ਉਤਾਰਾ। ਤੇ ਇਉਂ ਸੁਨ ਨਵਾਬ ਮਨ ਸਿਦਕ ਉਤਾਰਾ। ਇਹ ਸੁਣ ਕੇ ਜਦੋਂ ਕਹੇ ਮਹਾਰਾਜ ਦੇ ਦਰਸ਼ਨਾਂ ਨੂੰ ਜਾਣਾ ਹੁੰਨਾ, ਨਵਾਬ ਨੇ ਸੁਣ ਕੇ ਮਨ ਵਿੱਚ ਸਿਦਕ ਉਤਾਰਾ। ਉਤਾਰੇ ਦਾ ਭਾਵ ਹੈ ਲਿਆਂਦਾ, ਵੀ ਆਪਣੇ ਮਨ ਵਿੱਚ ਸਿਦਕ ਭਰੋਸਾ ਲਿਆਂਦਾ ਹੈ। ਬੂਝਿਓ ਕਿਹ ਥਾਂ ਪੀਰ ਤੁਮਾਰਾ। ਪੁੱਛਿਆ ਵੀ ਜਿਹੜਾ ਤੇਰਾ ਗੁਰੂ ਪੀਰ ਹੈ ਉਹ ਕਿਹੜੀ ਜਗ੍ਹਾ ਹੈ। ਹਮਕੋ ਸੰਗ ਲਿਹੋ ਦਰਸਾਵੋ। ਮੈਨੂੰ ਵੀ ਆਪਣੇ ਨਾਲ ਲੈ ਕੇ ਉਹਨਾਂ ਦੇ ਦਰਸ਼ਨ ਕਰਵਾ। ਧੰਨ ਗੁਰੂ ਜਿਸ ਪਹਿ ਤੁਮ ਜਾਵੋ। ਧੰਨ ਹੈ ਉਹ ਗੁਰੂ ਜੀ ਦੇ ਕੋਲੇ ਤੁਸੀਂ ਜਾਂਦੇ ਹੋ। ਪਾਰੋ ਕਹਿਓ ਸੰਗ ਜੋ ਲਸ਼ਕਰ। ਭਾਈ ਪਾਰੋ ਕਹਿੰਦਾ ਵੀਰਾ ਜਿਹੜੀਆਂ ਫੌਜਾਂ ਨਾਲ ਲਈ ਫਿਰਦਾ ਹੈ ਨਾ। ਅਪਰ ਵਿਭੂਤ ਸਰਬ ਕੋ ਪਰਹਰ। ਜੇ ਗੁਰੂ ਦਾ ਹੋਣਾ ਵੀਰੇ ਸਾਰੀਆਂ ਵਿਭੂਤੀਆਂ ਜਾਂ ਸਭ ਕੁਝ ਛੱਡ ਦੇ ਉਹਦੇ ਬਗੈਰਾ। ਤਬ ਤੁਮ ਗਮਨੋ ਦਰਸ਼ਨ ਕਰੀਐ ਹੈ। ਫੇਰ ਤੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰੀ। ਆਪ ਸਭ ਇਹਨਾਂ ਫੌਜਾਂ ਦਾ ਮਾਣ ਕਰਕੇ ਜਾਵੇਂ ਜਾਂ ਤੂੰ ਅਹੁਦੇ ਦਾ ਮਾਣ ਕਰਕੇ ਜਾਵੇਂ। ਇਹ ਸਭ ਕੁਝ ਛੱਡ ਕੇ ਫੇਰ ਤੂੰ ਚੱਲ ਕੇ ਦਰਸ਼ਨ ਕਰ ਲੈ। ਸਤਿਗੁਰ ਪਰਸਨ ਕੋ ਫਲ ਫਰੀਐ ਹੈ। ਤੇ ਸਤਿਗੁਰੂ ਦੇ ਦਰਸ਼ਨਾਂ ਦਾ ਤੂੰ ਫਲ ਲੈ ਲਵੇਂਗਾ। ਪ੍ਰੇਮ ਨਵਾਬ ਕੀਨ ਤਿਸ ਕਾਲਾ। ਤੇ ਉਹ ਨਵਾਬ ਜਿਹਦਾ ਨਾਂ ਭਾਈ ਸੰਤੋਖ ਸਿੰਘ ਜੀ ਨੇ ਅੱਲਾ ਯਾਰ ਖਾਂ ਨਵਾਬ ਲਿਖਿਆ, ਉਹਨੇ ਭਾਈ ਉਸੇ ਸਮੇਂ ਸੁੱਤ ਕੋ ਸੌਂਪ ਸਮਾਜ ਵਿਸਾਲਾ। ਸਾਰਾ ਸਮਾਜ ਸਭ ਉਹਦਾ ਇਹ ਕਹਿਤਾ ਮੈਂ ਆਪਣੇ ਪੁੱਤਰ ਨੂੰ ਸੌਂਪਦਾ। ਕਿਹਾ ਪੁੱਤਰਾ ਗਏ ਤੂੰ ਸਾਂਭ ਕੰਮਕਾਰ ਸਾਰਾ ਹੀ। ਖਿਦਮਤ ਪਾਤਸ਼ਾਹੀ ਕੀ ਕਰੋ। ਹੁਣ ਮੈਂ ਆਪਣੇ ਪਾਤਸ਼ਾਹ ਮਾਲਕ ਉਸ ਖੁਦਾ ਦੀ ਖਿਦਮਤ ਸੇਵਾ ਕਰਾਂਗਾ। ਹਮਰੋ ਖਿਆਲ ਨਹੀਂ ਔਰ ਧਰੋ। ਤੇ ਪੁੱਤਰ ਸਾਡਾ ਮੇਰਾ ਤੂੰ ਬਿਲਕੁਲ ਹੁਣ ਖਿਆਲ ਨਹੀਂ ਹਿਰਦੇ ਮਨ ਵਿੱਚ ਲਿਆਉਣਾ ਹੈ। ਸੁੱਤ ਕੋ ਸਭ ਵਿਦ ਤਿਸ ਸਮਝਾਇਓ। ਪੁੱਤਰ ਨੂੰ ਉਹਨੇ ਸਭ ਤਰ੍ਹਾਂ ਕਰਕੇ ਸਮਝਾ ਦਿੱਤਾ। ਪਾਰੋ ਸੰਗ ਆਪ ਚੱਲ ਆਇਓ।
ਭਾਈ ਪਾਰੋ ਜੀ ਦੇ ਨਾਲ ਫਿਰ ਇਹ ਗੁਰਮੁਖੋ ਇੱਥੇ ਚੱਲ ਕੇ ਆ ਗਿਆ ਹੈ। ਆਓ ਹੁਣ ਟਾਈਮ ਹੋ ਗਿਆ, ਇਹ ਤੋਂ ਅੱਗੇ ਇਤਿਹਾਸ ਆਪਾਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।